साहिब जी। धन वाहिगुरु साहिब जी। गुरदाता गुर हिवै घर, गुरदीपक तिह लोए। अमर पदार्थ नानका मन मानै सुख होए। अमर पदार्थ नानका मन मानै सुख होए। चंदन चंद न सरद रुत, मूल न मिटई काम। शीतल थीवै नानका जपंदड़ो हर नाम। शीतल थीवै नानका। सारे करियो कृपा जी एक बार। शीतल थीवै नानका जपंदड़ो हर। गज के सारियां दी आवाज़ आवे। शीतल थीवै नानका जपंदड़ो हर नाम। तत विचार यह मथुरा, जग तारन को अवतार बनायो। जपियो जिन अर्जन देव गुरु, फिर संकट जोन गर्भ नहीं आयो। जपियो जिन अर्जन देव गुरु। करो कृपा एक बार सारे। जपियो जिन अर्जन, गज के जपियो जिन अर्जन। जपियो जिन अर्जन देव गुरु, फिर संकट जोन। जपियो जिन अर्जन देव गुरु, फिर संकट जोन गर्भ नहीं आयो। दीन दुनी दे मालक, हलत पलत सवार देन हार साहिब सच्चे पातशाह श्री गुरु ग्रंथ साहब पातशाह जी के मुबारक चरणों अंदर सुभाएमान गुरु के प्यारिओ। महान वो कौमां हुंदियां हन जिहड़ियां अपने वडेरियां दे इतिहास नूं चेते विच रखदियां हन और उस इतिहास दे विचों कुछ ना कुछ सीखण दा, कुछ ना कुछ जानण दा यतन करदियां रहिंदियां हन। इतिहास दे पन्नियां तो वो कौमां सदा वास्ते मिट जाया करदियां हन जिहड़ियां अपने वडेरियां दा इतिहास भुल जांदियां हन। इतिहास नूं चेते रखण दे दो ढंग हन। एक ढंग है इतिहास दीयां तरीकां नूं चेते रखना, घटनावां नूं चेते रखना। किहड़ी घटना किहड़ी तरीक नूं कदों कित्थे वापरी। एक तरीका है इतिहास की वो घटना क्यों वापरी, वापरन तो पहलां दे हालात ते घटना वापरन तो बाद दे हालातां तो जाणू होना। असी कई बार घटनावां ते घटनावां दीयां थावां ते घटनावां दीयां तरीकां याद कर लैंदे आ, पर वो घटना वापरी क्यों,
ਉਹਦਾ ਰੀਜ਼ਨ ਔਰ ਉਸ ਘਟਨਾ ਵਾਪਰਨ ਦੇ ਪਿੱਛੇ ਸਾਰਾ ਕੁਝ ਕੀ ਚੱਲ ਰਿਹਾ ਸੀ, ਇਹਨਾਂ ਚੀਜ਼ਾਂ ਨੂੰ ਅਸੀਂ ਕਈ ਵਾਰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਸੋ ਕੋਸ਼ਿਸ਼ ਕਰਿਆ ਕਰੀਏ ਜਦੋਂ ਵੀ ਕਿਸੇ ਘਟਨਾ ਨੂੰ ਯਾਦ ਕਰਨਾ ਹੈ ਤੇ ਉਹਦੀਆਂ ਤਰੀਕਾਂ, ਘਟਨਾਵਾਂ ਦੇ ਉਹ ਥਾਂ ਯਾਦ ਕਰਨ ਦੇ ਨਾਲ ਨਾਲ ਅਸੀਂ ਉਸ ਰੀਜ਼ਨ ਤੱਕ ਪਹੁੰਚੀਏ, ਉਸ ਕਾਰਨ ਨੂੰ ਲੱਭੀਏ, ਕਿਉਂਕਿ ਕਿਸੇ ਕਾਰਨ ਤੋਂ ਬਿਨਾਂ ਐਡੀਆਂ ਵੱਡੀਆਂ ਘਟਨਾਵਾਂ ਨਹੀਂ ਵਾਪਰਦੀਆਂ। ਜਿਹੜੇ ਲੋਕ ਉਸ ਕਾਰਨ ਦਾ, ਉਸ ਰੀਜ਼ਨ ਦਾ ਐਨਾਲਿਸਿਸ ਨਹੀਂ ਕਰਦੇ, ਉਹਨਾਂ ਦੀ ਤਹਿ ਤੱਕ ਨਹੀਂ ਜਾਂਦੇ, ਉਹ ਇਤਿਹਾਸ ਨੂੰ ਯਾਦ ਰੱਖ ਕੇ ਵੀ ਇਤਿਹਾਸ ਭੁੱਲ ਰਹੇ ਹੁੰਦੇ ਨੇ। ਜਿਵੇਂ ਸੌਖੀ ਐਗਜ਼ਾਮਪਲ ਦੇਣੀ ਹੋਵੇ ਤਾਂ ਦੁਨੀਆ ਦਾ ਕਿਹੜਾ ਸਿੱਖ ਹੈ ਜਿਹਨੂੰ ਬਾਬੇ ਨਾਨਕ ਜੀ ਦਾ ਨਾਮ ਭੁੱਲ ਗਿਆ? ਕੋਈ ਹੋਏਗਾ ਐਸਾ? ਕੋਈ ਐਸਾ ਨਹੀਂ ਹੋਣਾ। ਕਿਹੜਾ ਸਿੱਖ ਹੈ ਜਿਹਨੂੰ ਇਹ ਨਹੀਂ ਪਤਾ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ 1469 ਵਿੱਚ ਹੋਇਆ ਸੀ? ਤਰੀਕ ਵੀ ਯਾਦ ਹੈ। ਕਿਹੜਾ ਸਿੱਖ ਹੈ ਜਿਹਨੂੰ ਇਹ ਨਹੀਂ ਪਤਾ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਰਾਏ ਭੋਏ ਦੀ ਤਲਵੰਡੀ ਵਿੱਚ ਹੋਇਆ ਸੀ, ਜਿਹੜਾ ਹੁਣ ਇਸ ਵੇਲੇ ਨਨਕਾਣਾ ਸਾਹਿਬ ਹੈ? ਘਟਨਾ ਵੀ ਯਾਦ ਹੈ, ਥਾਂ ਵੀ ਯਾਦ ਹੈ, ਤਰੀਕ ਵੀ ਯਾਦ ਹੈ ਤੇ ਨਾਮ ਵੀ ਯਾਦ ਨੇ। ਪਰ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਤੋਂ ਬਾਅਦ ਜੋ ਤਬਦੀਲੀਆਂ ਗੁਰੂ ਸਾਹਿਬ ਜੀ ਨੇ ਸੰਸਾਰ ਭਰ ਵਿੱਚ ਲਿਆਂਦੀਆਂ, ਉਹ ਥੋੜੀ ਸਾਨੂੰ ਯਾਦ ਨੇ। ਇਹਦਾ ਮਤਲਬ ਹੈ ਇਤਿਹਾਸ ਯਾਦ ਕਰਕੇ ਵੀ ਭੁੱਲ ਰਹੇ ਹੁੰਦੇ ਹਾਂ ਅਸੀਂ ਕਈ ਵਾਰ। ਤੁਸੀਂ ਅਦਬ ਨਾਲ ਗੁਰੂ ਦੀ ਗੋਦ ਵਿੱਚ ਸੱਜ ਕੇ ਬੈਠੇ ਹੋ, ਜਿੰਨਾ ਕੁ ਆਪਣਾ ਸਮਾਂ ਹੈ ਆਪਾਂ ਕੋਸ਼ਿਸ਼ ਕਰਾਂਗੇ, ਕਿਉਂਕਿ ਜੂਨ ਮਹੀਨਾ ਜਿੱਥੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਚੇਤੇ ਕਰਾਉਂਦਾ ਹੈ, ਉੱਥੇ ਜੂਨ ਮਹੀਨਾ ਜਦੋਂ ਵੀ ਚੜ੍ਹਦਾ ਹੈ ਨਾ, ਸਾਨੂੰ 1984 ਜ਼ਰੂਰ ਯਾਦ ਆਉਂਦਾ ਹੈ। ਇਹਦੇ ਨਾਲ ਜੂਨ ਮਹੀਨੇ ਨੂੰ ਅਸੀਂ ਨੋਰਮਲ ਮਹੀਨੇ ਵਾਂਗ ਨਹੀਂ ਲੈਂਦੇ। ਜੂਨ ਦੀ ਪਹਿਲੀ ਤਰੀਕ ਹੋਵੇ ਤੇ ਸਾਨੂੰ 1984 ਯਾਦ ਆਉਣ ਲੱਗ ਪੈਂਦਾ। ਇਹਦਾ ਮਤਲਬ ਹੈ ਇਹਨਾਂ ਸਾਰੀਆਂ ਘਟਨਾਵਾਂ ਦੇ ਬਾਰੇ ਵੀ ਸਾਨੂੰ ਪੂਰੇ ਬਰੀਕੀ ਨਾਲ, ਸਾਨੂੰ ਉਸ ਸਮਝ ਨਾਲ ਇਹਨਾਂ ਚੀਜ਼ਾਂ ਨੂੰ ਵੇਖਣਾ ਚਾਹੀਦਾ। ਤੁਸੀਂ ਅਦਬ ਨਾਲ ਗੁਰਾਂ ਦੀ ਗੋਦ ਵਿੱਚ ਬੈਠੇ ਹੋ, ਮਨੋਬਿਰਤੀਆਂ ਨੂੰ ਟਿਕਾ ਕੇ ਰੱਖਿਓ, ਸੁਰਤ ਦੀਆਂ ਅੱਖਾਂ ਨੂੰ ਖੋਲ ਕੇ ਬੈਠੇ ਹੋ। ਕੁਝ ਰਲ ਮਿਲ ਕੇ ਸੰਵਾਦ ਆਪਾਂ ਕਰਾਂਗੇ। ਜੇ ਕਿਸੇ ਵੀਰ ਭਰਾ ਦੇ ਮਨ ਵਿੱਚ ਵਿਚਾਰਾਂ ਕਰਨ ਦੇ ਦੌਰਾਨ ਕੋਈ ਸ਼ੰਕਾ ਪ੍ਰਤੀਤ ਹੋਵੇ, ਤੁਹਾਨੂੰ ਕੋਈ ਗੱਲ ਲੱਗੇ ਵੀ ਇਹ ਠੀਕ ਨਹੀਂ ਹੈ, ਤੇ ਸਮਾਪਤੀ ਤੋਂ ਬਾਅਦ ਕੁਝ ਵਕਤ ਆਪਾਂ ਇੱਥੇ ਹੀ ਰਹਿਣਾ ਹੁੰਦਾ, ਤਾਂ ਤੁਸੀਂ ਆਪਣੇ ਸਵਾਲ, ਆਪਣੀ ਗੱਲ ਕਰ ਸਕਦੇ ਹੋ, ਆਪਣੀ ਰਾਏ ਰੱਖ ਸਕਦੇ ਹੋ। 100% ਕੋਈ ਵੀ ਬੰਦਾ ਇਹ ਦਾਅਵਾ ਨਹੀਂ ਕਰਦਾ ਹੁੰਦਾ ਵੀ ਜੋ ਮੈਂ ਕਹਾਂਗਾ ਉਹ ਸੱਚ ਹੀ ਕਹਿਣਾ ਹੈ। ਅਸੀਂ ਕੋਈ ਕੋਰਟ ਵਿੱਚ, ਕੋਈ ਅਦਾਲਤ ਵਿੱਚ ਕਿਸੇ ਚੀਜ਼ ਤੇ ਹੱਥ ਰੱਖ ਕੇ ਨਹੀਂ ਕਹਿ ਰਹੇ ਵੀ ਮੈਂ ਸੱਚ ਹੀ ਕਹਿਣਾ ਹੈ। ਅਸੀਂ ਕਹਿਣ ਦੀ ਕੋਸ਼ਿਸ਼ ਕਰਨੀ ਹੈ, ਤਾਂ ਤੁਸੀਂ ਗੱਲ ਕਰ ਸਕਦੇ ਹੋ। ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਇੱਕ ਵਾਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰ ਹੋਈਏ। ਬੜੇ ਪਿਆਰ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਤੁਸੀਂ ਗੁਰੂ ਕੇ ਸਵਾਰਿਆਂ ਪਾਸੋਂ ਹਰੀ ਜਸ ਕੀਰਤਨ ਸ਼ਰਵਣ ਕੀਤਾ। ਵਿਚਾਰ ਆਰੰਭੀਏ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ਿਸ਼ ਦੁਹਰਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਵਾਕ ਮੈਂ ਆਪ ਜੀ ਦੇ ਸਨਮੁਖ ਮੰਗਲ ਰੂਪ ਵਿੱਚ ਪੜ੍ਹੇ ਹਨ। ਦੋਵੇਂ ਵਾਕ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ। ਇੱਕ ਵਾਕ ਗੁਰੂ ਸਾਹਿਬ ਜੀ ਦੀ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਅਰਜਨ ਸਾਹਿਬ ਜੀ ਦੀ। ਇੱਕ ਵਾਕ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਰਥਾਏ ਭੱਟਾਂ ਨੇ ਲਿਖਿਆ। ਗੁਰੂ ਗ੍ਰੰਥ ਸਾਹਿਬ 'ਚ 35 ਮਹਾਂਪੁਰਸ਼ਾਂ ਦੀ ਬਾਣੀ ਹੈ। 35 ਮਹਾਂਪੁਰਸ਼ਾਂ ਵਿੱਚੋਂ 11 ਭੱਟਾਂ ਦੀ ਬਾਣੀ ਦਰਜ ਹੈ। ਤੇ ਜਿਹੜੇ ਤੁਹਾਡੇ 'ਚੋਂ ਪਾਠ ਕਰਨ ਵਾਲੇ ਵੀਰ ਭੈਣ ਨੇ, ਉਹਨਾਂ ਨੂੰ ਪਤਾ ਹੋਣਾ ਹੈ ਕਿ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਲਕੁਲ ਅਖੀਰ ਤੇ ਜਾਂਦੇ ਹੋ ਤਾਂ ਉੱਥੇ ਸਵਈਏ ਮੁੱਖ ਵਾਕ ਮਹੱਲਾ ਪੰਜਵਾਂ, ਇਹਦਾ ਅਰਥ ਹੈ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਆਪਣੇ ਮੁਖ ਤੋਂ ਉਚਾਰਨ ਕੀਤੇ ਹੋਏ ਸਵਈਏ। ਇਹਦੇ ਤੋਂ ਬਾਅਦ ਸਵਈਏ ਆਉਂਦੇ ਨੇ ਸਵਈਏ ਮਹੱਲੇ ਪਹਿਲੇ ਕੇ। ਇਹਦਾ ਮਤਲਬ ਉਹ ਸਵਈਏ ਪਹਿਲੇ ਪਾਤਸ਼ਾਹ ਜੀ ਦੇ ਪਰਥਾਏ ਉਚਾਰਨ ਕੀਤੇ ਨੇ। ਇਦਾਂ ਹੀ ਸਵਈਏ ਮਹੱਲੇ ਪੰਜਵੇਂ ਕੇ। ਪੰਚਮ ਪਾਤਸ਼ਾਹ ਜੀ ਦੇ ਪਰਥਾਏ ਤੇ ਜਿਹੜੇ ਵਾਕ ਮੈਂ ਆਪ ਜੀ ਦੇ ਸਨਮੁਖ ਪੜ੍ਹੇ ਨੇ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਉਸ ਕਰਤੇ ਦਾ ਨਿਯਮ ਹੈ ਜਿਹੜਾ, ਉਹ ਇਦਾਂ ਦਾ ਹੈ, ਉਹਦੇ ਕੋਲ ਆਉਣ ਤੋਂ ਬਿਨਾਂ ਤੁਹਾਡੇ ਅੰਦਰ ਠੰਡ ਨਹੀਂ ਪੈ ਸਕਦੀ। ਵਾਕ ਚੇਤੇ ਕਰ ਲਿਓ, ਫਿਰ ਦੁਹਰਾ ਦਿੰਨਾ।
महाराज कहते चंदन चंद ना सरद रुत। चंदन ठंडा हुंदा है, चंदन चंद, चंद मतलब रात का समा। दिने सूरज तपदा, रात वेले तपश घट जाती। असीं कई बार कहने हुण थोड़ा जिहा सेक घटिया है। महाराज कहते चंदन चंद ना सरद रुत। सरद कहने असीं सियाल दे दिनां नूं, ठंडे दिनां नूं। महाराज कहते तिन्ने ही चीज़ां ठंड नाल संबंधित ने, चंदन चंद ते सर्दी दी रुत। पर महाराज ने एक शब्द जिहड़ा इहदे तो अगलेरा वरतिया। महाराज कहते चंदन चंदन सरद रुत, ये तिन्ने ही चीज़ां होण। बंदे दे कोल चंदन भी होवे, वेला भी चंद्रमा वाला होवे, ते रुत भी सियाल दी होवे। ध्यान नाल समझिओ, चंदन भी होवे, वेला भी रात का होवे, ते दिन भी सर्दियां दे होण। महाराज गुरु अर्जन साहब पातशाह जी कहते ये कोई भी प्रमाण पत्र नहीं है भी इहो जे वेले च बंदा अंदरों तप नहीं रहा होएगा। शब्द वेखो, मूल ना मिटई घाम। घाम कहते ने धुप नूं। गुरु साहब कहते हो सकता है चंदन भी तेरे कोल होवे ते रुत भी सर्दी वाली होवे, पर यह जरूरी नहीं है भी तेरे अंदर का घाम भी मिट गया होवे, तेरे अंदर की तपश भी मिट गई होवे। क्योंकि तपश का मिटना सर्दी नाल ते चंदन नाल संबंधित नहीं है। हुण ये गल गुरु अर्जन साहब पातशाह जी अपनी मुबारक रसना तो कह रहे हैं, ते महाराज सच्चे पातशाह जी ने जदों इस बोल नूं बाणी च दर्ज किया ते बहुतियां दे मनां विच आउंदा फिर घाम किवें मिटदा है। कि जे अंदर की तपश मिटाउणी होवे तो वह साधन की है। तो शब्द महाराज ने वरते शीतल थीवै नानका, बोलो गज के, शीतल थीवै नानका जपंदड़ो हर नाम। जे तू अंदरों ठंडा होना है ना, जे शीतल होना है, शीतल कहते हैं ठंडे नूं। तुसीं आम करके जिथे ठंडा पानी होवे ना लिखिया हुंदा है शीतल जल, ठंडा पानी। महाराज कहते जो तू अंदरों ठंडा होना है तो तेनों नाम जपना पैना। हुण साडे बंदियां नूं ना एक चीज़ लभ जाती है भी नाम जपना, अच्छा चलो ठीक है, बस बहुत जपते हैं फिर असीं। ते नाम जपण दे इन्ने तरीके लभ लए असीं, इन्ने ढंग तरीके अपना लए, और बंदे अपने अपने ढंग नाल नाम जप रहे ने। कोई अल्लाह का नाम जप रहा है, कोई अलख निरंजन का जप रहा है, कोई राम का जप रहा है, कोई वाहिगुरू का जप रहा है। और महाराज ने बाणी च भी वाक वरत दिता। गुरुदेव पातशाह जी कहते राम राम करता सब जग फिरे। इदां नहीं बननी गल। हुण इसे करके कहीदा भी बाणी पढ़िया करो। सिख बाणी तो ऐ डरदा जिवें पता नहीं किड्डा वड्डा गुनाह हो जाएगा जे असीं बाणी पढ़ांगे। दूजे साडी कौम की बदकिस्मती यह है भी साडी कौम के जिहड़े आगू बंदे ने ना, जिन्हां ने कौम नूं बाणी दे लड़ लाउणा सी, उन्हां ने सब तो वड्डा उपराला यह कीता है भी किते कौम बाणी दे लड़ ना लग जाए। वो कहंदे ने साडे कोल पैसे जमा करा दिओ, बाणी असीं तुहाडी आप ही पढ़ांगे। ये बड़ी बदकिस्मती वाली गल है। ते सानूं सौखे काम चाहीदे ने, असीं आप भी सौखे चाहुंदे आ ना। भी क्यों, वैसे तो अजकल हर थां ते बंदा सौखा होना चाहुंदा है, असीं घरां 'च भी सुखाले होना चाहुंदे आ। और एक गल याद रखियो, बाणी ने कहा दुख दारू हुंदा ते सुख, उच्ची बोल के दसो, दुख दारू ते सुख रोग पिया। जदों दी कौम सुख दे राह पई है ना, उदों दी कौम दुखां दे पहाड़ टुटे ने इस कौम ते। असीं सानूं मुसीबतां दुखी नहीं करदियां, असीं ते मुसीबतां नाल लड़ लड़ के होर तगड़े होने आ। असीं हालातां नाल भिड़ भिड़ के तगड़े होने आ। हालात सानू कमजोर नहीं कर सकते कदे भी। नाले सिख है ना जिहड़ा, जिहदी घाड़त गुरु साहब जी ने घड़ी, उहदी घाड़त ही इदां दी घड़ी है भी वह मुसीबतां विच हसदा रहेगा। मैं एक बार वाक लिखे सी, मैं कविता दियां लाइनां लिखियां सी भी तवियां उत्ते बह के गीत खुशी दे गाउंदे रहे, सानू ज्यों ज्यों मुल गए सुख ते बाणी ताईं भुलाउंदे रहे। जदों तुसीं तवियां ते बैठे सी उदों तुहाडे पुरखे गीत गाउंदे सी, तेरा कीया मीठा लागै हर नाम पदारथ नानक मंगै। ते जिवें जिवें सानू सुख मिलते गए उवें उवें असीं बाणी नूं भुलाउंदे गए।
ਭੁੱਲ ਬਾਣੀ ਨੂੰ ਪਾ ਕੇ ਬਹਿ ਗਏ ਪਾਣੀ ਵਿੱਚ ਮਧਾਣੀ ਨੂੰ, ਆਓ ਰਲ ਮਿਲ ਕੇ ਸੁਲਝਾਈਏ ਇਸ ਉਲਝੀ ਹੋਈ ਤਾਣੀ ਨੂੰ। ਔਰ ਕਿੰਨਾ ਕੁਛ ਅਸੀਂ ਗਵਾਇਆ ਹੈ, ਕਿੰਨਾ ਕੁਝ ਆਪਸੀ ਫੁੱਟ ਤਾਂ ਪਈ ਹੈ ਕਿਉਂਕਿ ਤੁਸੀਂ ਬਾਣੀ ਭੁੱਲ ਗਏ। ਸਿੱਖ ਕਿਉਂ ਲੜਦਾ ਹੈ? ਸਿੱਖ ਦੇ ਵਿਤਕਰੇ ਕਿਉਂ ਨੇ? ਸਿੱਖ ਕਈ ਹਿੱਸਿਆਂ 'ਚ ਕਿਉਂ ਵੰਡਿਆ? ਅਸੀਂ ਇੱਕ ਗੁਰੂ ਦੇ ਇੱਕ ਸਿੱਖ। ਸਾਡੇ ਗੁਰੂ ਕਿੰਨੇ ਨੇ? ਉੱਚੀ ਬੋਲ ਕੇ ਦੱਸ ਦਿਓ ਮੈਨੂੰ, ਕਿੰਨੇ ਗੁਰੂ ਨੇ ਸਾਡੇ? ਇੱਕ ਹੈ। ਤੇ ਇੱਕ ਗੁਰੂ ਦੀਆਂ ਵਿਚਾਰਧਾਰਾਵਾਂ ਅਲੱਗ-ਅਲੱਗ ਕਿਵੇਂ ਹੋ ਸਕਦੀਆਂ ਨੇ ਭਲਾ? ਕਿਉਂਕਿ ਸਾਡੇ ਗੁਰੂ ਸਾਹਿਬ ਕਈ ਤਰ੍ਹਾਂ ਦੀ ਵਿਚਾਰ ਥੋੜੀ ਦਿੰਦੇ ਨੇ। ਔਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਇੱਥੇ ਅਲੱਗ-ਅਲੱਗ ਵਿਚਾਰਧਾਰਾ ਦੇ ਲੋਕ ਸਨ। ਗੁਰੂ ਸਾਹਿਬ ਜੀ ਨੇ ਸਭ ਨੂੰ ਇੱਕ ਵਿਚਾਰਧਾਰਾ ਦਿੱਤੀ ਤੇ ਉਹਨਾਂ ਅਲੱਗ-ਅਲੱਗ ਵਿਚਾਰਧਾਰਾਵਾਂ ਨੇ ਇਕੱਠਿਆਂ ਹੋ ਕੇ ਕਿਹਾ ਜੇ ਸਾਰਾ ਸਮਾਜ ਇੱਕ ਹੋ ਜਾਏਗਾ ਤਾਂ ਸਾਡੀ ਚੌਧਰ ਦਾ ਕੀ ਬਣੇਗਾ। ਵੱਡਾ ਰੀਜ਼ਨ, ਸਭ ਤੋਂ ਵੱਡਾ ਕਾਰਨ ਸਮਝ ਲਿਓ। ਮੈਂ ਕਿਹਾ ਸੀ ਕਾਰਨ ਜ਼ਰੂਰ ਸਮਝਣੇ ਚਾਹੀਦੇ ਨੇ। ਪਹਿਲਾ ਕਾਰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਦਾ, ਇਸ ਭਾਰਤ ਦੀ ਧਰਤੀ ਤੇ ਵੱਖ-ਵੱਖ ਵਿਚਾਰਧਾਰਾਵਾਂ ਸਨ। ਇੱਥੇ ਕੋਈ ਕਹਿੰਦਾ ਸੀ ਜੇ ਰੱਬ ਨੂੰ ਪਾਉਣਾ ਤੇ ਤੈਨੂੰ ਪਰਿਵਾਰ ਛੱਡਣਾ ਪੈਣਾ। ਕੋਈ ਕਹਿੰਦਾ ਸੀ ਜੇ ਰੱਬ ਪਾਉਣਾ ਤੇ ਤੈਨੂੰ ਅੱਲਾ ਦਾ ਖਹਿੜਾ ਛੱਡ ਕੇ ਰਾਮ ਦਾ ਨਾਮ ਲੈਣਾ ਪੈਣਾ। ਤੇ ਕੋਈ ਕਹਿੰਦਾ ਸੀ ਜੇ ਰਾਮ ਦਾ ਨਾਮ ਲਏਗਾ ਤੇ ਅੱਲਾ ਤਾਲਾ ਨਹੀਂ ਮਿਲਣਾ, ਤੈਨੂੰ ਰਾਮ ਛੱਡ ਕੇ ਅੱਲਾ ਕਹਿਣਾ ਪੈਣਾ। ਬਾਬੇ ਦੀ ਬਾਣੀ ਨੇ ਕਿਹਾ ਭਾਵੇਂ ਅੱਲਾ ਕਹੇ, ਭਾਵੇਂ ਰਾਮ ਕਹੇ, ਭਾਵੇਂ ਖੁਦਾ ਕਹੇ, ਮਸਲਾ ਤੇਰੇ ਕਹਿਣ ਤੇ ਨਹੀਂ ਨਿਬੜਨਾ, ਮਸਲਾ ਤੇ ਤੇਰੇ ਰਹਿਣ ਤੇ ਨਿਬੜਨਾ ਵੀ ਤੂੰ ਰਹਿੰਦਾ ਕਿਵੇਂ ਹੈ, ਤੂੰ ਕਹਿਣਾ ਕੀ ਹੈ। ਗੱਲ ਮੈਟਰ ਨਹੀਂ ਕਰਦੀ, ਮੈਟਰ ਕਰਦੀ ਹੈ ਤੁਸੀਂ ਰਹਿੰਦੇ ਕਿਵੇਂ ਹੋ। ਹੁਣ ਇਹ ਔਖਾ ਕੰਮ ਹੈ। ਤੇ ਜਦੋਂ ਬਾਬੇ ਨੇ ਕਿਹਾ ਵੀ ਤੁਸੀਂ ਕਹਿੰਦੇ ਕੀ ਹੋ, ਇਹ ਗੱਲ ਮਹਾਨ ਨਹੀਂ ਹੈ, ਤੁਸੀਂ ਰਹਿੰਦੇ ਕਿਵੇਂ ਹੋ, ਤੇ ਬਾਬੇ ਨਾਨਕ ਦੇ ਖਿਲਾਫ ਉਹ ਸਾਰੀਆਂ ਜਮਾਤਾਂ ਇਕੱਠੀਆਂ ਹੋ ਗਈਆਂ। ਤੁਸੀਂ ਕੌਣ ਹੁੰਦੇ ਹੋ ਸਾਨੂੰ ਇਹ ਸਵਾਲ ਕਰਨ ਵਾਲੇ ਵੀ ਅਸੀਂ ਰਹਿੰਦੇ ਕਿਵੇਂ। ਇਹ ਬਹੁਤ ਅੱਜ ਵੀ ਹੈ। ਤੁਸੀਂ ਸਾਰਿਆਂ ਨੂੰ ਵਡਿਆਈ ਦੇ ਦਿਓ, ਕੋਈ ਬੰਦਾ ਨਾਰਾਜ਼ ਨਹੀਂ ਹੁੰਦਾ। ਹਰ ਇੱਕ ਨੂੰ ਕਹੀ ਜਾਓ ਤੂੰ ਬਹੁਤ ਮਹਾਨ ਹੈ, ਤੇਰੇ ਤੇ ਬੜੀ ਅਕਾਲ ਪੁਰਖ ਦੀ ਕਿਰਪਾ ਹੈ, ਤੈਨੂੰ ਤੇ ਰੱਬ ਨੇ ਆਪ ਧਰਤੀ ਤੇ ਨਿਵਾਜ ਕੇ ਭੇਜਿਆ ਤੇ ਸਾਰੇ ਬੰਦਿਆਂ ਨਾਲ ਤੁਹਾਡੀ ਬਣ ਸਕਦੀ ਹੈ। ਤੁਸੀਂ ਸਾਰਿਆਂ ਦੀ ਨਿਗਾਹ 'ਚ ਚੰਗੇ ਹੋ ਸਕਦੇ ਹੋ। ਪਰ ਤੁਸੀਂ ਜੇ ਕਿਸੇ ਨੂੰ ਇਹ ਕਹਿ ਦਿਓ ਵੀ ਯਾਰ ਰੱਬ ਨੇ ਜੇ ਤੈਨੂੰ ਬੰਦਾ ਬਣਾਇਆ ਤੇ ਬੰਦਿਆਂ ਵਾਲੇ ਕੰਮ ਤੇ ਨਹੀਂ ਨਾ ਹੈਗੇ, ਫਿਰ ਕਹਿੰਦਾ ਤੂੰ ਕੌਣ ਹੁੰਦਾ ਮੈਨੂੰ ਬੰਦਾ ਬਣਾਉਣ ਵਾਲਾ। ਬਈ ਮੁਸੀਬਤ ਇੱਥੇ ਹੀ ਖੜੀ ਹੈ। ਸਮੱਸਿਆ ਇਹ ਹੈ, ਇਹਦਾ ਮਤਲਬ ਜਿਹੜੀ ਪ੍ਰੋਬਲਮ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਪਹਿਲਾਂ ਸੀ, ਅੱਜ ਵੀ ਬੋਲੋ ਗੱਜ ਕੇ ਅੱਜ ਵੀ ਉਹੀ ਹੈ। ਤੇ ਘੱਟੋ ਘੱਟ ਮੈਂ ਇੱਦਾਂ ਮਹਿਸੂਸ ਕਰਦਾ ਵੀ ਸਾਰੀ ਦੁਨੀਆ 'ਚ ਨਹੀਂ, ਸਿੱਖਾਂ ਵਿੱਚੋਂ ਤੇ ਇਹ ਪ੍ਰੋਬਲਮਾਂ ਨਿਕਲ ਜਾਣੀਆਂ ਚਾਹੀਦੀਆਂ ਸਨ। ਸਿੱਖ ਤੇ ਇੱਕ ਹੋਣੇ ਚਾਹੀਦੇ ਸੀ। ਜਦੋਂ ਸਾਡਾ ਗ੍ਰੰਥ ਇੱਕ ਹੈ, ਗੁਰੂ ਇੱਕ ਹੈ, ਅਸੀਂ ਇੱਕ ਬਾਣੀ ਨੂੰ ਪੜ੍ਹਨ ਵਾਲੇ ਹਾਂ, ਇੱਕ ਮਰਿਆਦਾ ਦੇ ਧਾਰਨੀ ਆ, ਇੱਕ ਤਰ੍ਹਾਂ ਦੇ ਦਿਸਦੇ ਆ। ਸਿੱਖ ਕੀ ਹੁੰਦਾ? ਮੈਂ ਸਿੱਖ ਦੀ ਸਿੰਪਲ ਪਰਿਭਾਸ਼ਾ ਦਿੰਦਾ ਤੁਹਾਨੂੰ। ਸਾਡੀ ਰਹਿਤ ਮਰਿਆਦਾ 'ਚ ਲਿਖਿਆ ਜੋ ਇਸਤਰੀ ਜਾਂ ਪੁਰਖ ਇੱਕ ਅਕਾਲ ਪੁਰਖ ਨੂੰ 10 ਗੁਰੂ ਸਾਹਿਬਾਨ ਦੀ ਬਾਣੀ ਅਤੇ ਸਿੱਖਿਆ, ਬਾਣੀ ਅਤੇ ਸਿੱਖਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ 5 ਗੁਰੂ ਸਾਹਿਬਾਨਾਂ ਦੀ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ, 4 ਗੁਰੂ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਤੇ ਨਾਲ ਸ਼ਬਦ ਕੀ ਪਾ ਲਿਆ ਸਾਡੇ ਪੁਰਖਿਆਂ ਨੇ? ਬਾਣੀ ਅਤੇ ਸਿੱਖਿਆ। ਹੁਣ ਸਮੱਸਿਆ ਇਹ ਹੈ ਵੀ ਜਿਹੜਾ ਸਿੱਖ ਇੱਕ ਅਕਾਲ ਪੁਰਖ ਨੂੰ ਮੰਨਦਾ ਹੋਵੇ, ਤੇ ਤੁਸੀਂ ਭਲਾ ਨਿਗਾਹ ਮਾਰ ਕੇ ਵੇਖੋ ਪੰਜਾਬ ਦੇ ਲੋਕ ਇੱਕ ਅਕਾਲ ਪੁਰਖ ਨੂੰ ਮੰਨਦੇ ਨੇ ਕਿ ਹਰ ਪਿੰਡ ਦਾ ਆਪਣਾ ਆਪਣਾ ਵੱਖਰਾ ਵੱਖਰਾ ਅਕਾਲ ਪੁਰਖ ਹੈ? ਸਾਰਿਆਂ ਦੇ ਆਪਣੇ ਆਪਣੇ ਨੇ। ਇੱਕ ਨੂੰ ਕਿੱਦਣ ਮੰਨਾਂਗੇ ਫਿਰ? ਤੇ ਜਿਹੜਾ ਬੰਦਾ ਇੱਕ ਨੂੰ ਮੰਨਣ ਦੀ ਗੱਲ ਕਰੇਗਾ ਅਸੀਂ ਦੁਸ਼ਮਣ ਹੋ ਜਾਾਂਗੇ ਉਹਦੇ। ਫਿਰ ਅਸਲ 'ਚ ਅਸੀਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਦੁਸ਼ਮਣ ਹੀ ਸਾਬਤ ਹੋਵਾਂਗੇ। ਹੁਣ ਮੈਂ ਕਿਹਾ ਸੀ ਸ਼ਹਾਦਤ ਨੂੰ ਮਨਾਉਣਾ ਤੇ ਸ਼ਹਾਦਤ ਦੇ ਰੀਜ਼ਨਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਸਾਡਾ ਜਿਹੜਾ ਬਾਣੀ ਨੂੰ ਸਮਝਣ ਦਾ ਢੰਗ ਹੈ ਉਹ ਵੀ ਬੜਾ ਅਜੀਬ ਜਿਹਾ। ਬੜੇ ਪਿਆਰੇ ਸ਼ਬਦ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਵਰਤੇ ਨੇ। ਮਾਈ, ਹੇ ਮਾਂ, ਮਾਈ ਮਾਇਆ ਛੜ ਮੇਰੀਏ ਮੱਤੇ। ਮਾਂ ਕਹਿੰਦੇ ਨੇ ਮੱਤ ਨੂੰ। ਬਾਣੀ 'ਚ ਮਾਂ ਦੁਨਿਆਵੀ ਮਾਂ ਨੂੰ ਵੀ ਕਿਹਾ ਤੇ ਬਾਣੀ 'ਚ ਮਾਂ ਮੱਤ ਨੂੰ ਵੀ ਕਿਹਾ। ਮਾਤਾ ਮੱਤ, ਮੱਤ ਵੀ ਮਾਂ ਹੈ,
क्योंकि बच्चा माँ के आखे भी लगता है तो बच्चा मत अनुसार भी चलता। असी मत के हिसाब नाल चल, जो कोई बंदा गलत काम करता सी कहने तेरी मत नूं की होया, तेरी मत क्यों मारी गई, तेरी मत काम नहीं करती। तो जो बच्चा गलती करता छोटा, असी कहने भी तेरी माँ ने समझाया नहीं तेनू, तेरी माँ ने अकल नहीं दी। मत भी माँ है, एक दुनियावी माँ। महाराज ने कहा माई माया छड़, माया ने मेरे नाल छल कर लिया। छल का अर्थ होंदा धोखा। अच्छा एक होर चीज़ समझ लियो, धोखा कोई बंदा खांदा है जिहड़ा बेसमझ हुंदा है। ते जे असी धोखे खा रहे हैं तो यदा मतलब है असी बेसमझ हाँ, क्योंकि समझदार धोखा नहीं खाता हुंदा। जां ते सिख ये मन लैण भी असी बेसमझ हाँ, ते जां फिर ये मान लो भी साडे नाल धोखे नहीं हो रहे। ते जे साडे नाल धोखे हो रहे ने ਇਹਦਾ मतलब ਅਸੀਂ बेसमझी की आलम में जिंदगी जी रहे हैं। खैर गुरदेव पातशाह जी ने शब्द वरत्या, महाराज कहते माई माया छल की होया, इस छल ने त्रिड़ की अगन मेघ की छाया, गोबिंद भजन बिन हड़ का जल। वेखण नूं चीज़ां बड़ियां लग, त्रिण कहते ने घाह, जिहड़ी घाह फूस की अग हुंदी है ना, वो बहुता चिर सेक नहीं दे सकती। वो एक बार तो बहुत लटा लट बलदी है और थोड़े चिर बाद खत्म हो जाती है। तुहाडे अंदर छल पैदा होया, जिन्हां नूं तुसीं अग बलदी कह रहे हो ना, गुरु साहब जी कहते त्रिण की अगन मेघ की छाया, बदलों की छां थले कोई सदा नहीं बह सकता। एक बार तो छां हुंदी है बदल की, पर थोड़े चिर बाद बदल ने जगह बदल लैनी है। जिन्हां नूं तुसीं सदीवी छावां मन बैठे हो, गुरु अर्जन साहब पातशाह कहते बदलों दी छावां ने, पर सिख मनण लई राजी नहीं है। कहता साडे वड वडेरे मनदे सन, इनू ही छां मन्निया साडे वड्डियां ने अजे तक, तो तुसीं साडी छां किवें बदल सकदे हो? असीं ते इहदी छां में ही रहना है। ते जे उन्हां नूं कहो गुरु अर्जन साहब पातशाह, तुसीं वेखिया नहीं पिछले दिनी, चलो आम बंदे की गल छड्डो, दरबार साहब के हैड ग्रंथी साडा केंद्री स्थान, ते केंद्री स्थान का हैड ग्रंथी कहता आनंद साहब की बाणी दियां 2 पौड़ियां सुनिया होना तुसी कईयां ने, कहता आनंद साहब 3 गुरुआं की बाणी है। किन्ने गुरुआं की? अच्छा उहदे उपर की लिखिया, रामकली महला तीजा, चाह तो शायद वो तीजे दे अर्थ 3 ना कर लैण, कल नूं उन्हां दा सच कर सकदे ने। हुण तीजा मतलब गौड़ी सुखमणी महला पंजवां, मतलब सुखमणी साहब बाणी किहड़े गुरु साहब दी है? पंचम पातशाह जी दी। हुण 24 अष्टपदियां दे विचों कोई कल नूं इह कहेगा भी जिहड़ियां अखीरलियां 4 अष्टपदियां ने वो गुरु अर्जन साहब जी दियां नहीं हन। मतलब तुसी अजीब गल वेखो, हैड ग्रंथी केंद्रीय स्थान दा और पूरे वर्ल्ड विच वो गुरबाणी दी गल सुना रहा है, ते गुरबाणी की गल सुणाउंदिया ये कह रहा है भी गुरु अर्जन साहब पातशाह जी की बाणी दियां, गुरु अर्जन साहब पातशाह ते गुरु रामदास पातशाह जी दियां एक एक पौड़ी आनंद साहब विच है, 39 ते 40 नंबर पौड़ी। अच्छा फिर उन्होंने जदों उन्होंने दे साथियां ने ना, बहुत बंदे फिर की ज्ञानी जी ने गलत बोलता, सूरज प्रकाश विच ऐं ही लिखे, तो मैनूं उच्ची बोल के दस्सिओ भला सूरज प्रकाश वाले दी मन्नीए कि गुरु अर्जन साहब जी की मन्नीए? उच्ची बोल के तुसी दस दो कि मन्नी है, गुरु अर्जन साहब जी की कि सूरज प्रकाश वाले दी? गुरु अर्जन साहब पातशाह जी की। सूरज प्रकाश बहुत कुछ लिखा हो सकता है, सूरज प्रकाश कुछ चंगा भी लिखा हो सकता है, कुछ माड़ा भी लिखा हो सकता है, पर गल यह है जिथे गुरु अर्जन साहब पातशाह जी की गल आएगी उत्थे सूरज प्रकाश का मुकाबला तो नहीं ना होएगा। तो जदों गुरु साहब जी ने फैसला करता भी ये तीजे पातशाह जी की बाणी है, तो असी कौन होंने आ ये सियाणप लोकां दे विच लिजाण वाले भी असी गुरु अर्जन साहब पातशाह नालों वध सियाणे आ? अच्छा फिर तुसी वेखो जथेदार नूं भी नहीं पता लगा भी इदां होया, बोलिया कुछ जथेदार साडा, ते जे साडे वर्गे तो किते गलती हो जाती ना बोलदे आ माड़ा जिहा, फिर तां वड्डियां वड्डियां मीटिंगां सद लैणियां सी उन्हें, वेखो पंथ डिग चले। मतलब पता नहीं क्यों टीरी अख नाल जां उस काणों वाली तकड़ी नाल तोल के वेहदे ने, जे अपनियां दी गल है तो पर्दा पा लो, जे दूजियां दी गल है तो उछाल के दुनिया के सामने लियाओ। भाई इदां नहीं हुंदा।
ਜੇ ਤੁਸੀਂ ਸਚਿਆਰ ਹੋਣ ਦਾ ਸਰਟੀਫਿਕੇਟ ਚੁੱਕਣਾ ਹੈ ਤਾਂ ਤੁਹਾਨੂੰ ਸੱਚੋ ਸੱਚ ਹੀ ਕਹਿਣਾ ਪੈਣਾ, ਭਾਵੇਂ ਕੋਈ ਆਪਣਾ ਹੋਵੇ ਤੇ ਭਾਵੇਂ ਕੋਈ ਬਗਾਨਾ ਹੋਵੇ। ਖੈਰ, ਇਹਦਾ ਮਤਲਬ ਇਹ ਹੈ ਵੀ ਆਮ ਸੰਗਤ ਦੀ ਗੱਲ ਛੱਡੋ, ਜਿਹੜੇ ਸਾਡੇ ਵੱਡੇ ਵੱਡੇ ਬਾਣੀ ਦੇ ਬਹੁਤ ਗਿਆਨੀ ਅਖਵਾਉਣ ਵਾਲੇ ਨੇ, ਉਹ ਵੀ ਇਸ ਤਰ੍ਹਾਂ ਦੀਆਂ ਗਲਤੀਆਂ, ਅੱਛਾ ਇਹ ਗਲਤੀ ਨਹੀਂ ਹੁੰਦੀ ਅਸਲ ਵਿੱਚ, ਇਹ ਜਾਣ ਬੁੱਝ ਕੇ ਕੀਤੀ ਜਾਂਦੀ ਹੈ, ਇਹਨੂੰ ਗਲਤੀ ਨਹੀਂ ਕਹਿ ਸਕਦੇ ਆਪਾਂ। ਕਿਉਂ ਕੀਤੀ ਜਾਂਦੀ ਹੈ? ਕਿਉਂਕਿ ਉਹ ਚੈੱਕ ਕਰਦੇ ਨੇ ਭਲਾ ਸਿੱਖ ਕਿੱਥੇ ਕੁ ਖੜਾ ਆ, ਇਹਨੂੰ ਸਮਝ ਆਉਂਦੀ ਹੈ ਕਿ ਨਹੀਂ ਆਉਂਦੀ, ਇੰਨਾ ਕੁ ਬਦਲ ਕੇ ਵੇਖੀਏ ਕੱਲ ਨੂੰ ਇਹਦੇ ਤੋਂ ਅਗਲੀ ਗੱਲ ਚੱਲ ਲੈਣਗੇ ਕਿ ਨਹੀਂ ਚੱਲ ਲੈਣਗੇ। ਉਹ ਜਿਹੜਾ ਰਾਹ ਪੱਧਰਾ ਕਰਦੇ ਨੇ ਨਾ, ਉਹ ਕਿਸੇ ਹੋਰ ਬੰਨੇ ਨੂੰ ਕਰਦੇ ਨੇ ਜਿਹੜਾ ਸਾਡੇ ਸਮਝ ਵਿੱਚ ਨਹੀਂ ਆਉਂਦਾ। ਸੋ ਖੈਰ, ਔਰ ਆਪ ਸਾਰਿਆਂ ਦਾ ਸੁਚੇਤ ਹੋਣਾ ਇਸ ਕਰਕੇ ਵੀ ਜ਼ਰੂਰੀ ਹੁੰਦਾ ਹੈ ਵੀ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੜੇ ਗੌਰ ਨਾਲ, ਬੜੇ ਧਿਆਨ ਨਾਲ ਸਮਝਿਆ ਕਰੋ। ਗੁਰਦੁਆਰੇ ਦਾ ਮਤਲਬ ਹੁੰਦਾ ਹੈ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇੱਥੇ ਸੋਝੀ ਲੈਣ ਆਉਣਾ। ਨਹੀਂ ਤੇ ਬਹੁਤੀ ਵਾਰ ਗੁਰਦੁਆਰਿਆਂ ਦੇ ਅਰਥ ਅਸੀਂ ਆਪਣੇ ਢੰਗ ਨਾਲ ਹੀ ਕਰ ਲਏ ਨੇ। ਖੈਰ, ਮੈਂ ਬੇਨਤੀ ਕਰਦਾ ਸੀ, ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਉਹ ਕਰਤੇ ਦਾ ਨਿਯਮ ਹੈ ਉਹ ਕਿਸੇ ਵੀ ਹਾਲਾਤ ਵਿੱਚ ਤੁਹਾਨੂੰ ਠੰਡ ਨਹੀਂ ਦਿੰਦਾ ਜੇ ਤੁਸੀਂ ਉਹਦਾ ਨਾਮ ਨਹੀਂ ਜਪਦੇ। ਤੇ ਨਾਮ ਜਪਣ ਦਾ ਮਤਲਬ ਹੈ ਗੁਰੂ ਸਾਹਿਬ ਜੀ ਦੀ ਸਮਝ ਲੈਣਾ, ਗੁਰੂ ਦੀ ਅਕਲ ਲੈਣਾ, ਗੁਰੂ ਤੋਂ ਸਿੱਖਿਆ ਲੈਣਾ। ਨਾਮ ਕਿਸੇ ਸ਼ਬਦ ਨੂੰ ਬਾਰ-ਬਾਰ ਰਿਪੀਟ ਕਰਨ ਨੂੰ ਗੁਰਮਤਿ ਨੇ ਨਾਮ ਨਹੀਂ ਮੰਨਿਆ। ਗੁਰੂ ਸਾਹਿਬ ਜੀ ਨੇ ਨਾਮ ਦੀ ਪਰਿਭਾਸ਼ਾ ਬਾਣੀ 'ਚ ਜਦੋਂ ਦਿੱਤੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਜਪਣ ਦਾ ਮਤਲਬ ਪੂਰੇ ਬ੍ਰਹਿਮੰਡ ਨੂੰ ਜਾਣਨਾ। ਨਾਮ ਜਪਣ ਦਾ ਮਤਲਬ ਹੈ ਸਮਝ ਲੈਣੀ, ਸਿੱਖਿਆ ਲੈਣੀ, ਅਕਲ ਲੈਣੀ ਗੁਰੂ ਸਾਹਿਬ ਜੀ ਤੋਂ। ਹੁਣ ਅਸੀਂ ਕੀ ਕਰਦੇ ਹਾਂ? ਅਸੀਂ ਨਾਮ ਜਪਣਾ, ਔਰ ਜਿਹੜਾ ਸਿੱਖਿਆ ਲਏਗਾ ਨਾ ਗੁਰੂ ਸਾਹਿਬ ਜੀ ਤੋਂ, ਉਹ ਠੰਡਾ ਹੋ ਸਕਦਾ ਹੈ, ਅੰਦਰੋਂ ਸ਼ਾਂਤ ਹੋ ਸਕਦਾ ਹੈ, ਉਹਦਾ ਅੰਦਰ ਠਰਿਆ ਹੋ ਸਕਦਾ ਹੈ। ਤੇ ਜਿਹੜਾ ਅੰਦਰੋਂ ਠਰਿਆ ਤੇ ਠੰਡਾ ਹੁੰਦਾ ਹੈ ਨਾ, ਉਹਦੇ ਫੈਸਲੇ ਬੜੇ ਮਹਾਨ ਹੁੰਦੇ ਨੇ। ਜਿਹੜਾ ਠਰਿਆ ਬੰਦਾ ਹੁੰਦਾ ਹੈ ਨਾ, ਜਿਹੜਾ ਠੰਡਾ ਬੰਦਾ ਹੁੰਦਾ, ਸ਼ਾਂਤ ਚਿੱਤ ਬੰਦਾ ਹੁੰਦਾ, ਉਹਦੇ ਫੈਸਲੇ ਬੜੇ ਮਹਾਨ ਹੁੰਦੇ। ਜਿਹੜਾ ਸਮਾਜ ਹੈ ਨਾ, ਜਿਹੜੀ ਦੁਨੀਆ ਆ, ਇਹਨੂੰ ਵਧੀਆ ਫੈਸਲੇ ਵਾਲੇ ਲੋਕ ਪਸੰਦ ਨਹੀਂ, ਚੰਗੇ ਫੈਸਲਿਆਂ ਵਾਲੇ ਬੰਦੇ ਪਸੰਦ ਨਹੀਂ, ਇਹਨਾਂ ਨੂੰ ਹੋਛੇ ਫੈਸਲਿਆਂ ਵਾਲੇ ਬੰਦੇ ਪਸੰਦ ਨੇ, ਜਿਨ੍ਹਾਂ ਦੇ ਫੈਸਲਿਆਂ ਤੇ ਸਵਾਲ ਹੋ ਸਕਦੇ ਹੋਣ, ਜਿਨ੍ਹਾਂ ਦੇ ਤੁਸੀਂ ਵੇਖੋ, ਐਗਜ਼ਾਮਪਲ ਦਿੰਨਾ, ਸੌਖੀ ਗੱਲ ਸਮਝ ਆਊ। ਜਿਹੜਾ ਬਾਣੀ ਦੇ ਰੰਗ 'ਚ ਰੰਗਿਆ ਹੋਊਗਾ ਨਾ, ਉਹਦਾ ਫੈਸਲਾ ਹੋਊਗਾ ਵੀ ਸਮਾਜ ਨਸ਼ੇ ਤੋਂ ਰਹਿਤ ਹੋਣਾ ਚਾਹੀਦਾ, ਸਮਾਜ, ਉੱਚੀ ਬੋਲ ਕੇ, ਨਸ਼ੇ ਤੋਂ ਰਹਿਤ ਹੋਣਾ ਚਾਹੀਦਾ। ਜਿਹੜਾ ਬੰਦਾ ਕਹੇਗਾ ਸਮਾਜ ਨਸ਼ੇ ਤੋਂ ਰਹਿਤ ਹੋਣਾ ਚਾਹੀਦਾ ਨਾ, ਇਹ ਗੱਲ ਬਹੁਤੇ ਧਿਆਨ ਨਾਲ ਲੋਕ ਸੁਣਨਗੇ ਨਹੀਂ ਤੇ ਇਹਦੀ ਕਦਰ ਵੀ ਨਹੀਂ ਕਰਨਗੇ, ਔਰ ਇਹਦਾ ਵਿਰੋਧ ਕਰਨਗੇ ਵੀ ਤੈਨੂੰ ਜ਼ਿਆਦਾ ਪਤਾ ਨਸ਼ੇ ਤੋਂ ਬਿਨਾਂ ਕਦੀ ਕਦੀ ਤੇ ਬੰਦੇ ਨੂੰ ਕਰਨਾ ਹੀ ਚਾਹੀਦਾ। ਸਾਡੇ ਚੰਗੇ ਭਲੇ ਬੰਦੇ, ਪੱਗਾਂ ਵਾਲੇ ਵੀ ਕਹੀ ਜਾਂਦੇ ਨੇ, ਉਹ ਕਦੀ ਕਦਾਈ ਨਹੀਂ ਕੁਛ ਵੀ ਹੁੰਦਾ, ਰੋਜ਼ ਪੀਣ ਨਾਲ ਬੰਦਾ ਪ੍ਰੋਬਲਮ ਆਉਂਦੀ ਹੈ। ਤੁਸੀਂ ਸਿਆਣੇ ਜ਼ਿਆਦੇ ਹੋ ਗੁਰੂ ਅਰਜਨ ਸਾਹਿਬ ਜੀ ਨਾਲੋਂ। ਮਹਾਰਾਜ ਨੇ ਇਹ ਕਿਹਾ ਜਿੱਤ ਪੀਤੇ ਮਤ ਦੂਰ ਹੋਏ, ਇਹ ਕਿੱਥੇ ਕਿਹਾ ਵੀ ਕਦੀ ਕਦੀ ਪੀਣ ਨਾਲ ਕੁਛ ਨਹੀਂ ਹੁੰਦਾ, ਜ਼ਿਆਦਾ ਪੀਣ ਨਾਲ ਮਤ ਦੂਰ ਹੁੰਦੀ ਹੈ। ਕੋਈ ਵੀ ਬੰਦਾ ਦੱਸੇ ਤਾਂ ਸਹੀ, ਬਾਣੀ 'ਚ ਲਿਖਿਆ ਦੁਰਮਤ ਮਦ ਜੋ ਪੀਵਤੇ ਬਿਖਲੀ ਪਤ ਕਮਲੀ, ਰਾਮ ਰਸਾਇਣ ਜੋਰਤ ਤੇ ਨਾਨਕ ਸੱਚ ਅਮਲੀ। ਪਰ ਅਸੀਂ ਆਪਣੇ ਕੋਲੋਂ ਇਹ ਘਾੜਤ ਘੜ ਲਈ। ਹੁਣ ਇਹ ਗੱਲ ਸਮਾਜ ਨੂੰ ਪਸੰਦ ਨਹੀਂ, ਤੇ ਜਿਹੜਾ ਬੰਦਾ ਏਦਾਂ ਦੀ ਗੱਲ ਕਰੇਗਾ ਉਹਦੀ ਗੱਲ ਬਹੁਤੇ ਧਿਆਨ ਨਾਲ ਨਹੀਂ ਸੁਣਨਗੇ ਤੇ ਉਹਦੇ ਤੇ ਬਹੁਤਾ ਗੌਰ ਨਹੀਂ ਕੀਤਾ ਜਾਏਗਾ। ਤੇ ਜਿਹੜਾ ਇਹ ਕਵੇ ਨਾ ਵੀ ਦੋ ਪੈਗ ਲਾ ਕੇ ਫਿਰ ਤਾਂ ਬੰਦੇ ਨੂੰ ਜ਼ਿੰਦਗੀ 'ਚ ਸਰੂਰ ਜਿਹਾ ਹੀ ਆ ਜਾਂਦਾ, ਇਹ ਗੱਲ ਬੜੇ ਧਿਆਨ ਨਾਲ ਸੁਣਨਗੇ। ਇਸੇ ਕਰਕੇ ਜਿਹੜਾ ਕਹਿੰਦਾ ਦੋ ਪੈਗ ਨਾਲ ਸਰੂਰ ਆਉਂਦਾ, ਉਹ ਕਮਲੇ ਦੀ ਗੱਲ ਸੁਣਨ ਲਈ ਲੱਖਾਂ ਰੁਪਈਆ ਵੀ ਖਰਚ ਲੈਂਦੇ ਨੇ, ਕਰੋੜਾਂ ਰੁਪਈਆ ਵੀ ਖਰਚ ਲੈਂਦੇ ਨੇ। ਤੇ ਜਿਹੜਾ ਬੰਦਾ ਕਹਿੰਦਾ ਛੱਡ ਦੋ ਯਾਰ ਨਸ਼ੇ ਦਾ ਖਹਿੜਾ, ਤੁਹਾਡੀ ਤੇ ਤੁਹਾਡੇ ਟੱਬਰ ਦੀ ਜ਼ਿੰਦਗੀ ਬਰਬਾਦ ਹੋ ਜਾਣੀ ਹੈ, ਉਹਨੂੰ ਕਹਿੰਦੇ ਨੇ ਬਹੁਤਾ ਸਿਆਣਾ, ਬੋਲੋ, ਬਹੁਤਾ ਸਿਆਣਾ ਨਾ ਬਣ। ਕਮਾਲ ਨਹੀਂ ਹੈ ਸੰਸਾਰ? ਵੈਸੇ ਇਹ ਕੈਸਾ ਸੰਸਾਰ ਹੈ? ਅਸੀਂ ਕਿੱਥੇ ਰਹਿ ਰਹੇ ਹਾਂ? ਕਿਸ ਦੁਨੀਆ 'ਚ ਜੀਨੇ ਆ ਅਸੀਂ? ਜਿਹੜੇ ਬੰਦੇ ਕਹਿੰਦੇ ਨੇ ਐਜੂਕੇਸ਼ਨ, ਪੜ੍ਹਾਈ ਤੁਹਾਡੇ ਵਾਸਤੇ ਅਹਿਮੀਅਤ ਰੱਖਦੀ ਹੈ, ਕਹਿੰਦੇ ਐਵੇਂ ਨਾ ਸਿਰ ਖਪਾਈ ਕਰਿਆ ਕਰੋ, ਤੁਹਾਡੇ ਆਖੇ ਲੱਗਣਾ ਕਿਸੇ ਨੇ। ਤੇ ਜਿਹੜੇ ਕਹਿੰਦੇ ਨੇ ਕਿਤਾਬਾਂ 'ਚ ਰੱਖਿਆ ਕੀ ਹੈ, ਪੜ੍ਹਾਈ 'ਚ ਰੱਖਿਆ ਕੀ ਹੈ, ਬੰਦਾ ਮਾਰਨਾ ਚਾਹੀਦਾ ਹੈ, ਬੰਦਾ ਐਂ ਕਰ ਦੇਣਾ ਚਾਹੀਦਾ ਹੈ, ਅਸੀਂ ਤੇ ਬੰਦਿਆਂ ਨੂੰ ਵੱਢਣ ਵਾਲੀ ਕੌਮ ਆ, ਕਹਿੰਦੇ ਬੱਲੇ ਬੱਲੇ, ਵੀ ਕਮਾਲ ਦੀ ਗੱਲ ਕਰਤੀ ਬੰਦੇ। ਹੱਦ ਨਹੀਂ? ਵੈਸੇ ਸਾਡੀ ਮਾਨਸਿਕਤਾ ਖੜੀ ਕਿੱਥੇ ਹੈ? ਅਸੀਂ ਕਿਸ ਤਰ੍ਹਾਂ ਦੇ ਇਨਸਾਨ ਆ?
ਅਸੀਂ ਹੱਕ ਰੱਖਦੇ ਹਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਧੀਆਂ ਪੋਤਾ ਖਵਾਉਣ ਦਾ। ਸਾਨੂੰ ਇਹ ਮਾਣ ਮਿਲਣਾ ਚਾਹੀਦਾ ਵੀ ਅਸੀਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਧੀਆਂ ਪੋਤਾ। ਮਹਾਰਾਜ ਕਹਿੰਦੇ ਤੇਰੇ ਅੰਦਰ ਠੰਡ ਨਹੀਂ ਹੈ, ਇਸ ਕਰਕੇ ਤੈਨੂੰ ਫੈਸਲੇ ਕਰਨ ਦੀ ਇਜਾਜ਼ਤ ਨਹੀਂ ਹੈ। ਜਿਹੜਾ ਬੰਦਾ ਹੋਰ ਸੌਖਾ ਕਰ ਦਿੰਦਾ। ਬਾਣੀ ਚ ਮਹਾਰਾਜ ਨੇ ਕਿਹਾ ਨਸ਼ੇ ਨਾਲ ਮੱਤ ਮਾਰੀ ਜਾਂਦੀ ਹੈ। ਤੇ ਮੇਰੇ ਤੋਂ ਪਹਿਲਾਂ ਹੁਣੇ ਇੱਕ ਸ਼ਬਦ ਪੜ੍ਹ ਰਿਹਾ ਸੀ ਗੁਰੂ ਕੇ ਸਵਾਰੇ, ਤੁਹਾਡੇ ਸਾਹਮਣੇ ਬਾਬਾ ਫਰੀਦ ਜੀ ਦਾ ਸ਼ਲੋਕ ਸੀ, ਫਰੀਦਾ ਬੁਰੇ ਦਾ ਭਲਾ ਕਰ। ਤੇ ਅੱਗੇ ਕੀ ਸ਼ਬਦ ਵਰਤਿਆ ਸੀ? ਗੁੱਸਾ ਮਨ ਨਾ ਹੰਡਾਏ, ਗੁੱਸੇ 'ਚ ਨਾ ਆਇਆ ਕਰ। ਔਰ ਸ਼ਬਦ ਵਰਤਦੇ ਮਹਾਰਾਜ ਕਹਿੰਦੇ ਹੰਡਾਇਆ ਨਾ ਕਰ ਗੁੱਸਾ, ਕਿਉਂਕਿ ਹੰਡਾਉਣ ਦਾ ਅਰਥ ਹੈ ਤੂੰ ਗੁੱਸਾ ਪਾਲਦਾ ਹੈ। ਤੇ ਜਦੋਂ ਬੰਦੇ ਗੁੱਸਾ ਪਾਲਦੇ ਨੇ ਫਿਰ ਉਹਨਾਂ ਦੇ ਫੈਸਲੇ ਠੀਕ ਨਹੀਂ ਹੁੰਦੇ। ਮੰਨ ਲਓ ਗੁੱਸਾ ਆਉਣਾ ਕੋਈ ਵੱਡੀ ਗੱਲ ਨਹੀਂ ਹੁੰਦੀ। ਗੁੱਸੇ ਆਉਣ ਨਾਲ ਤਲਾਕ ਨਹੀਂ ਹੁੰਦਾ, ਗੁੱਸਾ ਪਾਲਣ ਨਾਲ ਤਲਾਕ ਹੁੰਦਾ ਹੈ। ਆਉਣ ਨਾਲ ਨਹੀਂ ਹੁੰਦੇ ਤਲਾਕ। ਕਿਹਨੂੰ ਨਹੀਂ ਆਉਂਦਾ ਗੁੱਸਾ? ਪੁਰਾਣੀਆਂ ਮਾਈਆਂ ਨੂੰ ਕਿਤੇ ਗੁੱਸੇ ਨਹੀਂ ਸੀ ਆਉਂਦੇ, ਬੜੇ ਗੁੱਸੇ। ਔਰ ਪੁਰਾਣੇ ਤੇ ਪਤੀ ਵੀ ਬੜੇ ਜ਼ਾਲਮ ਹੁੰਦੇ ਸਨ। ਮਾਫ ਕਰਿਓ ਮੈਨੂੰ, ਅੱਜ ਕਿਸੇ ਵੀ ਪਤਨੀ ਨੂੰ ਮੈਨੂੰ ਨਹੀਂ ਲੱਗਦਾ ਪਤੀ ਕੋਲੋਂ ਕੁੱਟ ਖਾਣੀ ਪੈਂਦੀ ਹੋਏਗੀ। ਅੱਜ ਕੌਣ ਖਾਂਦਾ? ਅੱਜ ਤੱਕ ਗੱਲ ਨਹੀਂ ਸੁਣਦੇ ਅਗਲੇ। ਤੇ ਸਾਡੀਆਂ ਬਜ਼ੁਰਗ ਮਾਤਾਵਾਂ ਬੈਠੀਆਂ ਇੱਥੇ, ਤੁਸੀਂ ਬਜ਼ੁਰਗ ਬੈਠੇ ਹੋ, ਤੇ ਹੋ ਸਕਦਾ ਤੁਹਾਡੇ ਚੋਂ ਵੀ ਕਈਆਂ ਨੇ ਕਈ ਵਾਰ ਹੱਥ ਹੌਲੇ ਕੀਤੇ ਹੋਣ। ਅਸੀਂ ਸਾਂ ਕਦੀ ਏਦਾਂ ਦੇ, ਪਰ ਫਿਰ ਵੀ ਉਹ ਮਾਈਆਂ ਧਾਰਨ ਸਨ। ਤੇ ਅੱਜ ਤਾਂ ਗੱਲ ਹੀ ਨਹੀਂ ਕਰਦਾ ਕੋਈ, ਤੇ ਗੱਲ ਵੀ ਸੁਣਨ ਜੋਗਾ ਮਾਦਾ ਨਹੀਂ। ਮੈਂ ਇਹਨੂੰ ਠੀਕ ਜਾਇਜ਼ ਨਹੀਂ ਠਹਿਰਾ ਰਿਹਾ, ਇਹ ਨਾ ਸਮਝ ਲਿਓ ਵੀ ਇਹ ਗੱਲ ਠੀਕ ਹੈ। ਮੈਂ ਸਿਰਫ ਇੱਕ ਹਵਾਲਾ ਦੇ ਰਿਹਾ ਵੀ ਕਦੀ ਵਕਤ ਸੀ ਸਾਡੇ ਘਰਾਂ ਦੇ ਵਿੱਚ ਪਤੀ ਕੋਲੋਂ ਮਾਰ ਖਾ ਕੇ ਵੀ ਪਤਨੀ ਕਹਿੰਦੀ ਸੀ ਕੋਈ ਗੱਲ ਨਹੀਂ, ਹੈ ਤਾਂ ਫਿਰ ਮੇਰਾ ਪਤੀ ਹੈ ਨਾ। ਤੇ ਅੱਜ ਅਗਲੀ ਕਹਿੰਦੀ ਹੈ ਗੱਲ ਕਰਕੇ ਵਿਖਾ, ਸਵੇਰੇ ਹੀ ਕੋਰਟ ਲੈ ਕੇ ਜਾਊਂਗੀ। ਇਹ ਕੀ ਹੈ? ਗੁੱਸਾ ਆਉਣਾ ਕੋਈ ਵੱਡੀ ਗੱਲ ਨਹੀਂ, ਪਰ ਗੁੱਸੇ ਨੂੰ ਕਾਬੂ ਕਰਨਾ ਸਿੱਖੋ ਤੇ ਠੰਡਾ ਹੋਣ ਦਿਓ ਇੱਕ ਵਾਰ ਗੁੱਸਾ, ਫਿਰ ਉਹਦਾ ਹੱਲ ਲੱਭਿਓ, ਫਿਰ ਉਹਦੇ ਰੀਜ਼ਨ ਤੱਕ ਜਾਇਓ। ਸ਼ਬਦ ਬੜਾ ਪਿਆਰਾ ਬਾਬੇ ਫਰੀਦ ਜੀ ਦਾ, ਪਰ ਕੌਣ ਸੁਣਦਾ ਹੈ? ਤਾਂ ਕਬੀਰ ਜੀ ਦੇ ਸ਼ਲੋਕ, ਫਰੀਦ ਜੀ ਦੇ ਸ਼ਲੋਕ ਤਾਂ ਅਸੀਂ ਸਪੀਕਰ ਤੇ ਸਿਰਫ ਲੋਕਾਂ ਨੂੰ ਸੁਣਾਉਣ ਲਈ ਰੱਖੇ ਨੇ। ਸੁਣਦਾ ਕੌਣ ਹੈ ਤੇ ਅਮਲ ਕੌਣ ਕਰਦਾ? ਮਹਾਰਾਜ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਤੇਰੀ ਜ਼ਿੰਦਗੀ 'ਚ ਰੋਗ ਨਹੀਂ ਰਹਿ ਜਾਏਗਾ ਜੇ ਤੂੰ ਗੁੱਸਾ ਨਹੀਂ ਹੰਡਾਏਂਗਾ। ਅੱਜ ਠੀਕ ਹੋ ਜਾਣਗੇ ਸਾਰੇ ਮਸਲੇ ਸਾਡੇ। ਪ੍ਰੋਬਲਮ ਕੀ ਹੈ ਭਲਾ? ਹਰ ਥਾਂ ਤੇ ਗੁੱਸਾ ਹੈ, ਹਰ ਥਾਂ ਤੇ ਗੁੱਸਾ ਹੈ। ਨਿੱਕੇ ਨਿੱਕੇ ਬੱਚਿਆਂ ਤੋਂ ਲੈ ਕੇ ਵੱਡਿਆਂ 'ਚ, ਕੌਮਾਂ 'ਚ, ਆਗੂਆਂ 'ਚ, ਪ੍ਰਚਾਰਕਾਂ 'ਚ, ਜਥੇਦਾਰਾਂ 'ਚ, ਸਭ 'ਚ ਕੀ ਭਰਿਆ ਭਲਾ? ਗੁੱਸਾ ਭਰਿਆ। ਤੇ ਗੱਲਾਂ ਸਾਰੇ ਗੁੱਸਾ ਦੂਰ ਕਰਨ ਦੀਆਂ ਹੀ ਕਰਦੇ। ਸਾਰੇ ਬੰਦੇ ਕਹਿੰਦੇ ਨੇ ਗੁੱਸਾ ਨਹੀਂ ਕਰਨਾ ਚਾਹੀਦਾ, ਪਰ ਭਰਿਆ ਸਾਰਿਆਂ 'ਚ ਨੱਕੋ ਨੱਕ ਗੁੱਸਾ ਹੈ। ਤਾਂ ਹੀ ਤੇ ਜਥੇਦਾਰ ਕਹਿੰਦੇ ਸੀ ਕੌਮ ਬਦਤਮੀਜ਼ ਬਹੁਤ ਹੈ। ਗੁੱਸੇ 'ਚ ਹੀ ਨਿਕਲਿਆ ਹੋਣਾ ਸ਼ਬਦ, ਨਾਰਮਲ ਥੋੜੀ ਏਦਾਂ ਕਹਿੰਦਾ ਕੋਈ। ਸਾਡੇ ਜਥੇਦਾਰ ਦਾ ਬਿਆਨ ਨਹੀਂ ਸੀ ਪਿੱਛੇ ਜੇ, ਕਹਿੰਦਾ ਕੌਮ ਬਹੁਤ ਬਦਤਮੀਜ਼ ਹੈ। ਕੌਮ ਨਹੀਂ ਬਦਤਮੀਜ਼। ਹੁਣ ਤੇਰੇ ਮੂੰਹੋਂ ਸ਼ਬਦ ਨਿਕਲਿਆ, ਮੈਂ ਤਾਂ ਨਹੀਂ ਏਦਾਂ ਕਹਿ ਸਕਦਾ, ਪਰ ਸੱਚਾਈ ਇਹ ਹੈ ਤੁਹਾਨੂੰ ਕੌਮ ਸੰਭਾਲਣੀ ਨਹੀਂ ਆਉਂਦੀ। ਇਹ ਕੌਮ ਕਿਵੇਂ ਬਦਤਮੀਜ਼ ਹੋ ਸਕਦੀ ਹੈ ਭਲਾ? ਇਹ ਕੌਮ ਤੇ ਉਹੋ ਹੀ ਹੈ ਜਿਹੜੀ ਇੱਕ ਮੁੱਠ ਛੋਲਿਆਂ ਦਾ ਖਾ ਕੇ ਤੇਰੇ ਲੰਗਰਾਂ 'ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, 5 ਘੁੱਟ ਪੀ ਕੇ ਤੇਰੇ ਬਾਟਿਓਂ ਪ੍ਰੇਮ ਵਾਲੇ ਮਸਤ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ। ਇਹ ਕੌਮ ਕਿਵੇਂ ਗਲਤ ਹੋ ਸਕਦੀ ਹੈ? ਕੌਮ ਨਹੀਂ ਗਲਤ, ਕੌਮ ਦੇ ਲੋਕ ਨਹੀਂ ਗਲਤ, ਸਾਡੇ ਪੰਜਾਬ ਦੇ ਲੋਕ ਨਹੀਂ ਗਲਤ, ਸਾਡੇ ਆਗੂ ਗਲਤ ਨੇ, ਸਾਨੂੰ ਅੱਗੇ ਲਾਉਣ ਵਾਲੇ ਬੰਦੇ ਗਲਤ ਨੇ। ਪਿਛਲਿਆਂ ਬੰਦਿਆਂ ਦਾ ਕੋਈ ਕਸੂਰ ਨਹੀਂ ਹੁੰਦਾ, ਪਿਛਲਿਆਂ ਨੇ ਤੇ ਮਗਰ ਹੀ ਲੱਗਣਾ ਹੁੰਦਾ ਹੈ। ਕੌਮ ਦੇ ਆਗੂ ਕੌਮ ਦੀ ਰੀੜ ਦੀ ਹੱਡੀ ਹੁੰਦੇ ਨੇ। ਜਿੱਦਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਕੋਲ ਕੌਮ ਦੀ ਅਗਵਾਈ ਸੀ, ਉਦਣ ਮੇਰੇ ਬਾਪੂ ਨੇ ਤੱਤੀ ਤਵੀ ਤੇ ਬਹਿ ਕੇ ਵਕਤ ਦੀ ਹਕੂਮਤ ਨੂੰ ਇਹ ਜਿਤਾ ਦਿੱਤਾ ਸੀ, ਭਾਵੇਂ ਤੂੰ ਸਾਨੂੰ ਤਵੀ ਤੇ ਵੀ ਬਿਠਾ ਲੈ, ਪਰ ਇਹ ਕੌਮ ਇੱਕ ਹੀ ਰਹੇਗੀ, ਇਹਨਾਂ ਨੂੰ ਅੱਡ ਨਹੀਂ ਕੀਤਾ ਜਾ ਸਕਦਾ। ਹੁਣ ਕਿੱਥੋਂ ਚੇਤਾ ਆਵੇ ਇਹ ਗੱਲਾਂ? ਅਸੀਂ ਇੱਕ ਹੋਣ ਲਈ ਇਹ ਸਾਰਾ ਕੁਝ ਵਾਪਰਿਆ ਕਿਉਂ? ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਣੀ 'ਚ ਕਿਹਾ, ਤਖਤ ਰਾਜਾ ਸੋ ਬਹਿ ਜੋ ਤਖਤ ਹੈ ਲਾਇਕ ਹੋਏ। ਤੇ ਪਹਿਲੀ ਵਾਰ ਹੋਇਆ ਸੀ
ਕਿਸੇ ਧਾਰਮਿਕ ਬੰਦੇ ਨੇ ਵਕਤ ਦੇ ਰਾਜੇ ਨੂੰ ਕਿਹਾ ਹੋਵੇ ਜੇ ਤਖਤ ਦੇ ਲਾਇਕ ਨਹੀਂ ਹੋਏਗਾ ਤੇ ਲਾ ਦੇਾਂਗੇ ਤੈਨੂੰ ਥੱਲੇ। ਹੁਣ ਆਮ ਬੰਦਿਆਂ ਨੂੰ ਇਹੀ ਕਹਿੰਦੇ ਸਨ ਨਾ ਵੀ ਤੁਸੀਂ ਸੰਤ ਬਣ ਜਾਓ, ਕੋਈ ਰੌਲਾ ਨਹੀਂ, ਪਰ ਤੁਸੀਂ ਸੰਤ ਤੇ ਸਿਪਾਹੀ ਨਹੀਂ ਬਣਨੇ ਚਾਹੀਦੇ। ਸੰਤ ਬਣ ਜਾਓ ਓਕੇ, ਸਿਪਾਹੀ ਬਣਨਾ ਫਿਰ ਸਾਡੇ ਹਿਸਾਬ ਨਾਲ ਚੱਲਣਾ ਪਏਗਾ। ਬਾਬੇ ਨਾਨਕ ਨੇ ਕਿਹਾ ਮੇਰਾ ਸਿੱਖ ਸੰਤ ਵੀ ਹੈ, ਮੇਰਾ ਸਿੱਖ ਸਿਪਾਹੀ ਵੀ ਹੈ। ਅਸੀਂ ਮੀਰੀ ਦੇ ਮਾਲਕ ਵੀ ਹਾਂ ਤੇ ਪੀਰੀ ਦੇ ਮਾਲਕ ਵੀ ਹਾਂ। ਅਸੀਂ ਪੀਰੇ ਦੇ ਮਾਲਕ ਵੀ ਹਾਂ ਤੇ ਮੀਰੀ ਦੇ ਮਾਲਕ ਵੀ। ਜਿੱਥੇ ਸਾਨੂੰ ਪੀਰੀ ਵਰਤਣ ਦੀ ਲੋੜ ਹੈ ਉੱਥੇ ਅਸੀਂ ਪੀਰੀ ਵਰਤਦੇ ਹਾਂ। ਤਤੀ ਤਵੀ ਤੇ ਚੌਂਕੜਾ ਮਾਰ ਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸਾਬਤ ਕਰਤਾ, ਮੇਰੇ ਵਰਗਾ, ਗੁਰੂ ਅਰਜਨ ਸਾਹਿਬ ਪਾਤਸ਼ਾਹ ਵਰਗਾ ਦੁਨੀਆ ਤੇ ਕੋਈ, ਗੱਜ ਕੇ ਬੋਲੋ, ਪੀਰ ਨਹੀਂ। ਗੁਰੂ ਅਰਜਨ ਸਾਹਿਬ ਪਾਤਸ਼ਾਹ ਵਰਗਾ ਕੋਈ ਪੀਰ ਨਹੀਂ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਹੱਥ ਵਿੱਚ ਸ਼ਮਸ਼ੀਰ ਪੜੀ ਤੇ ਉਸੇ ਹੀ ਜਹਾਂਗੀਰ ਨੂੰ ਦੱਸਿਆ, ਗੁਰੂ ਹਰਗੋਬਿੰਦ ਪਾਤਸ਼ਾਹ ਵਰਗਾ ਦੁਨੀਆ ਤੇ ਕੋਈ ਮੀਰ ਨਹੀਂ ਹੈ। ਕਿਉਂਕਿ ਸਾਨੂੰ ਹਰ ਚੀਜ਼ ਆਉਂਦੀ ਹੈ, ਅਸੀਂ ਭੁੱਲੇ ਨਹੀਂ ਹਾਂ। ਗੱਲ ਇਹ ਹੈ ਵੀ ਅਸੀਂ ਉਹਨਾਂ ਚੀਜ਼ਾਂ ਨੂੰ ਅੱਜ ਰੀਪ੍ਰਜੈਂਟ ਸਹੀ ਢੰਗ ਨਾਲ ਨਹੀਂ ਕਰ ਰਹੇ। ਅਸੀਂ ਉਹਨਾਂ ਨੂੰ ਸਹੀ ਢੰਗ ਨਾਲ ਲੋਕਾਂ ਤੱਕ, ਸਾਡੇ ਬੱਚਿਆਂ 'ਚ ਮੀਰੀ ਵੀ ਹੈ ਤੇ ਪੀਰੀ ਵੀ ਹੈ। ਗੱਲ ਇਹ ਹੈ ਤੁਸੀਂ ਮੀਰੀ ਤੇ ਪੀਰੀ ਨੂੰ ਲਾਉਣਾ ਕਿਹੜੇ ਬੰਨੇ ਆ। ਪਿਛਲੇ ਦਿਨੀ ਇੱਕ ਸਿੰਗਰ ਦਾ ਕਤਲ ਹੋਇਆ, ਸਿੱਧੂ ਮੂਸੇਵਾਲੇ ਦਾ। ਸਾਡੇ ਮੀਡੀਆ ਦਾ ਵੀ ਇੰਨਾ ਬੇੜਾ ਗਰਕ ਆਇਆ ਨਾ। ਵੈਸੇ ਪਹਿਲਾਂ ਅਸੀਂ ਕਹਿੰਦੇ ਸੀ ਵੀ ਚਲੋ ਸ਼ੁਕਰ ਹੈ ਕੋਈ ਪੰਜਾਬ ਦਾ ਮੀਡੀਆ ਆਇਆ ਗੱਲ ਕਰਨਗੇ, ਪਰ ਤੁਸੀਂ ਹੈਰਾਨ ਹੋ ਜਾਓਗੇ, ਅਗਲੇ ਦੇ ਘਰ ਲਾਸ਼ ਪਈ ਹੈ ਮਾਂ ਦੇ ਗਾੜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਪੁੱਤ ਮਰ ਗਿਆ? ਕਮਲਿਓ, ਜਦੋਂ ਪੁੱਤ ਮਰ ਜਾਏ ਕਿਹਾ ਜਾਂਦਾ ਹੈ ਕੁਛ ਉਸ ਵੇਲੇ? ਕਿਹੜੇ ਚੱਕਰਾਂ 'ਚ ਪੈ ਗਏ ਤੁਸੀਂ? ਕੀ ਕਰਨਾ ਚਾਹੁੰਦੇ ਹੋ? ਔਰ ਇਹਨਾਂ ਚੀਜ਼ਾਂ ਨੂੰ ਬੜੇ ਧਿਆਨ ਨਾਲ ਵੇਖਣਾ ਹੁੰਦਾ ਹੈ। ਇੱਥੇ ਤੁਹਾਡੇ ਦੁਆਬੇ ਏਰੀਏ 'ਚ ਸੰਦੀਪ ਸਿੰਘ ਅੰਬੀ ਨੰਗਲ, ਸ਼ਾਇਦ ਉਹ ਕਬੱਡੀ ਦਾ ਪਲੇਅਰ ਹੈ, ਪਿੱਛੇ ਜੇ ਚੜ੍ਹਾਈ ਕਰ ਉਹਦਾ ਵੀ ਡੈਥ। ਉਦੋਂ ਕਿਉਂ ਨਹੀਂ? ਤੁਸੀਂ ਜਿਹੜੇ ਲੈਵਲ ਤੇ ਅੱਜ ਮੀਡੀਆ ਤੁਰਿਆ ਫਿਰਦਾ, ਜੇ ਉਦੋਂ ਤੁਰੇ ਫਿਰਦੇ ਹੁੰਦੇ ਤੇ ਸ਼ਾਇਦ ਇਹ ਘਟਨਾਵਾਂ ਨਾ ਵਾਪਰਦੀ। ਨਾਲੇ ਸਵਾਲ ਦਾ, ਮਸਲੇ ਦਾ ਹੱਲ ਲੱਭਣਾ। ਜਿਹੜੀ ਮਾਂ ਦੇ ਸਾਹਮਣੇ ਪੁੱਤ ਦੀ ਲਾਸ਼ ਪਈ ਹੈ ਉਹਦੇ ਤੋਂ ਕੀ ਘਮਾਉਣਾ ਹੈ ਤੁਸੀਂ? ਹੁਣ ਉਹ ਕਹਿਣ ਸਮਰੱਥ ਹੈ ਕੁਝ ਕਹਿਣ ਦੇ ਭਲਾ? ਫਿਰ ਰਿਸ਼ਤੇਦਾਰਾਂ ਤੱਕ, ਉਹਨਾਂ ਦੇ ਅੱਗੇ ਮਾਸੀ ਕਿੱਥੇ ਰਹਿੰਦੀ ਹੈ, ਮਾਸੜ ਕਿੱਥੇ ਰਹਿੰਦਾ ਹੈ, ਉਹ ਮੰਗਿਆ ਕਿੱਥੇ ਸੀ, ਉਹਨੇ ਵਿਆਹ ਕਿੱਥੇ ਜਾਣਾ ਸੀ, ਉੱਥੋਂ ਤੱਕ ਕੈਮਰੇ ਲੈ ਕੇ ਤੁਰੇ ਫਿਰਦੇ ਨੇ। ਕੁੱਤੇ ਨੇ ਰੋਟੀ ਨਹੀਂ ਖਾਧੀ, ਕੈਮਰੇ ਤੇ ਵਿਖਾ ਰਹੇ ਨੇ। ਕਮਾਲ ਹੈ। ਇੰਨੀ ਗਿਰਾਵਟ ਤੇ ਨਾ ਲਿਆਓ ਆਪਣੇ ਆਪ ਵਿੱਚ। ਘੱਟੋ ਘੱਟ ਇਹ ਬੰਦਿਆਂ ਨੇ ਪੰਜਾਬ ਦੀ ਵਿਚਾਰਧਾਰਾ ਨੂੰ ਪ੍ਰਮੋਟ ਕਰਨਾ ਹੁੰਦਾ ਹੈ, ਪਰ ਇਹ ਆਪਣੇ ਆਪ ਨੂੰ, ਕਿਉਂਕਿ ਸਿਰਫ ਤੇ ਸਿਰਫ ਚੈਨਲਾਂ ਦੀ TRP ਦੇ ਲਈ, ਸਿਰਫ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਲਿਆਉਣ ਦੇ ਲਈ ਬੰਦੇ ਕਿਸ ਇੱਥੇ ਅੰਮ੍ਰਿਤਸਰ ਪਰਸੋਂ ਚੌਥ ਸ਼ਾਇਦ ਗੋਲੀ ਮਾਰ ਕੇ ਇੱਕ ਨੌਜਵਾਨ ਦੀ ਕਤਲ ਕੀਤੀ ਹੈ ਖਾਲਸਾ, ਕਿਸੇ ਮੀਡੀਆ ਵਾਲੇ ਨੇ ਵਿਖਾਇਆ ਹੈ। ਸਾਰੀਆਂ ਚੀਜ਼ਾਂ ਨੂੰ, ਦੂਜੀ ਗੱਲ ਇੱਕ ਪੱਖ ਹੈ, ਕਿਸੇ ਨੌਜਵਾਨ ਬੱਚੇ ਦਾ ਤੁਰ ਜਾਣਾ ਮਾਪਿਆਂ ਲਈ ਕਿੰਨਾ ਦੁਖਦਾਈ ਹੁੰਦਾ ਹੈ, ਸ਼ਾਇਦ ਇਹ ਬਿਆਨ ਕਰਨਾ ਔਖਾ ਕੰਮ ਹੈ। ਪਰ ਤੁਸੀਂ ਇਹ ਵੀ ਤਾਂ ਵੇਖੋ ਨਾ ਵੀ ਜਿਹੜੇ ਬੰਦੇ ਅੱਜ ਤੱਕ ਪੰਜਾਬ ਦੇ ਲੋਕਾਂ ਨੂੰ ਮਰਨ ਮਰਾਉਣ ਦੀ ਗਾਂ ਗੱਲ ਹੀ ਨਹੀਂ ਕੀਤੀ ਕੋਈ, ਉਹਨਾਂ ਨੇ ਸਾਡੇ ਬੱਚਿਆਂ ਨੂੰ ਜਿੰਨਾ ਖੁਰਾਏ ਇਸ ਜਮਾਤ ਨੇ ਪਾਇਆ ਹੈ ਨਾ, ਉਹਨਾਂ ਸ਼ਾਇਦ ਆਮ ਲੋਕਾਂ ਨੇ ਨਹੀਂ ਪਾਇਆ। ਨਿੱਕੇ ਨਿੱਕੇ ਬੱਚਿਆਂ ਨੂੰ ਕੁਰਾਏ ਪਾਉਣ ਵਾਲੇ ਬੰਦੇ, ਸਕੂਲ ਦੀ ਕਿਤਾਬ ਦਾ, ਸਕੂਲ ਦੀ ਪੜ੍ਹਾਈ ਦਾ, ਸਕੂਲ ਦੀ ਐਜੂਕੇਸ਼ਨ ਦਾ ਕੋਈ ਨਾਂ ਲੈ ਕੇ ਰਾਜ਼ੀ ਨਹੀਂ ਹੈ। ਪਰ ਇਹ ਸਾਰੀਆਂ ਚੀਜ਼ਾਂ, ਕਿਉਂਕਿ ਅਸੀਂ ਕੀ ਕਰਦੇ ਹਾਂ, ਅਸੀਂ ਸਾਰੀਆਂ ਘਟਨਾਵਾਂ ਦੇ ਤਹਿ ਤੱਕ ਜਾਣ ਦੀ ਸਮਰੱਥਾ ਨਹੀਂ ਰੱਖਦੇ ਹੁੰਦੇ। ਅਸੀਂ ਉਪਰੀ ਨਿਗਾਹ ਨਾਲ ਚੀਜ਼ਾਂ ਨੂੰ ਵੇਖਦੇ ਹਾਂ। ਖੈਰ, ਮੈਂ ਬੇਨਤੀ ਇਹ ਕਰਦਾ ਸੀ, ਅੰਦਰੋਂ ਠੰਡੇ ਹੋ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਅੰਦਰ ਠੰਡ ਲਿਆਓ ਆਪਣੇ, ਠੰਡ 'ਚ ਫੈਸਲੇ ਵਧੀਆ ਹੋਣਗੇ। ਠੰਡ ਦਾ ਮਤਲਬ ਹੈ ਸ਼ਾਂਤ ਚਿੱਤ ਰਿਹਾ ਕਰੋ, ਗੱਲਾਂ ਸੁਣਨ ਦੀ ਸਮਰੱਥਾ ਰੱਖੋ। ਜੇ ਕਿਸੇ ਨੇ ਇੱਕ ਗੱਲ ਕਰ ਲਈ ਹੈ ਨਾ ਤੇ ਕੋਈ ਗੱਲ ਨਹੀਂ, ਸੁਣ ਲਓ ਉਹਦੀ। ਉਹਨੂੰ ਜ਼ਰੂਰੀ ਨਹੀਂ ਉਸੇ ਵੇਲੇ ਹਾਜ਼ਰ ਜਵਾਬ ਹੋਣਾ ਹੁੰਦਾ ਵੀ ਨਾਲ ਦੀ ਨਾਲ ਉਹਦਾ ਜਵਾਬ ਦੇਣਾ। ਉਹਦੀ ਗੱਲ ਨੂੰ ਅੰਦਰ ਜਾਣ ਦਿਓ।
ਘਰਾਂ 'ਚ ਵੀ ਗੱਲਾਂ ਸੁਣਨ ਦੀ ਆਦਤ ਪਾਓ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਤੁਹਾਡਾ ਜਿਗਰਾ ਐਡਾ ਵੱਡਾ ਕਰਤਾ ਵੀ ਜੇ ਕੋਈ ਤਵੀ ਤੇ ਵੀ ਬਿਠਾ ਦੇ ਨਾ ਫਿਰ ਵੀ ਠੰਡੇ ਹੀ ਰਹੀਦਾ, ਸ਼ਾਂਤ ਚਿੱਤ ਹੀ ਰਹੀਦਾ। ਤੇ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਭੜਕਾਹਟ ਵਿੱਚ ਆ ਜਾਂਦੇ ਹਾਂ, ਬਹੁਤ ਛੇਤੀ ਗੁੱਸੇ ਵਿੱਚ ਆ ਜਾਂਦੇ ਹਾਂ, ਬਹੁਤ ਛੇਤੀ ਆਪੇ ਤੋਂ ਬਾਹਰ ਹੋ ਜਾਂਦੇ ਹਾਂ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਪਹਿਲਾ ਅਸੂਲ ਇਹ ਸਿਖਾਉਂਦਾ ਵੀ ਠੰਡੇ ਰਹਿਣਾ ਸਿੱਖੋ, ਸ਼ਾਂਤ ਚਿੱਤ ਰਿਹਾ ਕਰੋ। ਤੇ ਉਸ ਸ਼ਾਂਤ ਚਿੱਤ ਵਿੱਚੋਂ ਲਏ ਹੋਏ ਫੈਸਲੇ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਣਗੇ। ਚਾਹੀਦਾ ਤਾਂ ਇਹ ਸੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਮਨਾਉਂਦਿਆਂ ਸਾਰਾ ਸਿੱਖ ਜਗਤ ਇਹ ਪ੍ਰਣ ਕਰ ਲੈਂਦਾ ਵੀ ਪੰਜਾਬ ਨੇ ਇੱਕ ਕਿਵੇਂ ਹੋਣਾ ਹੈ, ਕਿਉਂਕਿ ਸਾਡੇ ਗੁਰੂ ਨੇ ਗੱਲ ਇੱਕ ਦੀ ਕੀਤੀ ਸੀ। ਪਰ ਅਸੀਂ ਤਾਂ ਇੱਕ ਹੋਣ ਵਾਲੇ ਬੰਨੇ ਤੁਰੇ ਹੀ ਨਹੀਂ ਆ। ਅਸੀਂ ਘਰ ਦੇ 4 ਜੀ ਇੱਕ ਨਹੀਂ, ਹਰ ਮੈਂਬਰ ਦੀ ਆਪਣੀ ਇੱਕ ਅਲੱਗ ਟਿਊਨਿੰਗ ਹੈ। ਬੱਚੇ ਬਜ਼ੁਰਗਾਂ ਦੀ ਸੁਣ ਕੇ ਰਾਜੀ ਨਹੀਂ, ਬਜ਼ੁਰਗ ਬੱਚਿਆਂ ਦੀ ਸੁਣ ਕੇ ਰਾਜੀ ਨਹੀਂ, ਸੱਸਾਂ ਨਵਾਂ ਦੀਆਂ ਸੁਣ ਕੇ ਰਾਜੀ ਨਹੀਂ, ਨਵਾਂ ਸੱਸਾਂ ਦੀਆਂ ਸੁਣ ਕੇ ਰਾਜੀ ਨਹੀਂ, ਮਾਂ ਧੀ ਦੀ ਨਹੀਂ ਸੁਣਦੀ, ਧੀ ਮਾਂ ਦੀ ਨਹੀਂ ਸੁਣਦੀ। ਗੱਲਾਂ ਤੁਸੀਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੀਆਂ ਕਰਦੇ ਹੋ, ਜਿੱਥੇ ਗੁਰੂ ਸਾਹਿਬ ਸਾਰਿਆਂ ਨੂੰ ਏਦਾਂ ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਅੰਦਰੋਂ ਨਾਮ ਜਪ ਕੇ ਠੰਡੇ ਹੋਈਦਾ, ਗੁੱਸੇ ਵਿੱਚ ਨਹੀਂ ਆਈਦਾ, ਤਲਖੀ ਵਿੱਚ ਨਹੀਂ ਆਈਦਾ। ਸਿੱਖ ਤਲਖੀ ਵਿੱਚ ਨਹੀਂ ਆਉਂਦਾ। ਕਿਹਾ ਸੀ ਨਾ ਸਾਈਂ ਮੀਆਂ ਮੀਰ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ, ਮਹਾਰਾਜ ਇੱਕ ਵਾਰ ਕਹੋ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿੰਦੇ ਆ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਨਹੀਂ, ਸ਼ਾਂਤ ਚਿੱਤ ਰਹੀਦਾ, ਕੋਈ ਗੱਲ ਨਹੀਂ, ਸਾਡਾ ਤਵੀ ਤੇ ਬਹਿਣਾ ਹੀ ਇਹਦੀ ਇੱਟ ਨਾਲ ਇੱਟ ਖੜਕਣਾ ਹੈ, ਕੋਈ ਗੱਲ ਨਹੀਂ, ਇਹਨੂੰ ਜ਼ੁਲਮ ਕਰ ਲੈਣ ਦੇ, ਅਜੇ ਅਸੀਂ ਜ਼ੁਲਮ ਨੂੰ ਜਰਨ ਦਾ ਤਰੀਕਾ ਸਿੱਖ ਰਹੇ ਹਾਂ। ਜਿੱਦਣ ਜ਼ੁਲਮ ਮਟਾਉਣ ਵਾਲੇ ਬੰਨੇ ਤੁਰਾਂਗੇ ਨਾ, ਫਿਰ ਜਹਾਂਗੀਰ ਦੀ ਔਕਾਤ ਨਹੀਂ ਖੜ ਜਾਏ ਸਾਡੇ ਸਾਹਮਣੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸਾਡੀ ਇੱਕ ਵਿਆਖਿਆ ਪ੍ਰਣਾਲੀ ਹੈ। ਸਾਨੂੰ ਐਂ ਲੱਗਦਾ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨਾ ਸ਼ਾਇਦ ਬਹੁਤ ਮਿੱਠੇ ਜਿਹੇ ਸੁਭਾਅ ਵਾਲੇ ਹੋਣਗੇ। ਜਿਵੇਂ ਮੈਂ ਬੜੀ ਵਾਰ ਕਹਿੰਦਾ ਹੁੰਦਾ ਵੀ ਸਾਡੀਆਂ ਤਸਵੀਰਾਂ ਹੀ ਐਂ ਬਿਆਨ ਕਰਦੀਆਂ। ਤੁਸੀਂ 10 ਗੁਰੂ ਸਾਹਿਬ ਦੀ ਤਸਵੀਰ ਵੇਖੋਗੇ ਨਾ ਤੇ 2 ਗੁਰੂ ਸਾਹਿਬ ਐਂ ਲੱਗਦਾ ਵੀ ਜਿਵੇਂ ਆਹ 2 ਬੰਦੇ ਬੜੇ ਗੁੱਸੇ ਵਾਲੇ ਨੇ ਤੇ ਬਾਕੀ 8 ਗੁਰੂ ਸਾਹਿਬਾਨ ਬੜੇ ਠੰਡੇ ਸੁਭਾਅ ਵਾਲੇ ਨੇ। ਨਹੀਂ, ਸਾਡੇ 10 ਗੁਰੂ ਸਾਹਿਬਾਨ ਇੱਕੋ ਹੀ ਜੋਤ ਦੇ ਮਾਲਕ ਨੇ। ਅਸੀਂ ਕਹਿੰਦੇ ਹਾਂ 10 ਗੁਰੂਆਂ 'ਚ ਇੱਕੋ ਹੀ ਜੋਤ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਔਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਮੁਕਾਬਲੇ ਤੇ ਸੱਚੀ ਮੁੱਚੀ ਨਾ ਕੋਈ ਘੋੜ ਸਵਾਰੀ ਕਰ ਸਕਦਾ। ਤੁਸੀਂ ਸੁਣਿਆ ਹੋਣਾ ਇਤਿਹਾਸ ਵਿੱਚ ਇੰਨਾ ਕਿਤੇ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇਜੇ ਦੇ ਨਾਲ ਦਰਖਤ ਨੂੰ ਪੁੱਟਿਆ ਸੀ ਉਹਨਾਂ ਜ਼ਮੀਨ ਵਿੱਚੋਂ, ਨੇਜਾ ਢਾ ਕੇ ਨਾ ਦਰਖਤ। ਹੁਣ ਅੰਦਾਜ਼ਾ ਲਾਓ, ਜਿਹੜਾ ਬੰਦਾ ਨੇਜੇ ਨਾਲ ਇੱਕ ਦਰਖਤ ਜ਼ਮੀਨ ਵਿੱਚੋਂ ਪੁੱਟ ਸਕਦਾ ਉਹ ਕਿੱਡਾ ਕੁ ਵੱਡਾ ਹਥਿਆਰ ਚਲਾਉਣ ਦੀ ਮੁਹਾਰਤ ਰੱਖਦਾ ਹੋਣਾ। ਪਰ ਤਤੀ ਤਵੇ ਤੇ ਬਹਿਣ ਵੇਲੇ ਵੇਲਾ ਹਥਿਆਰ ਚਲਾਉਣ ਦਾ ਨਹੀਂ ਸੀ। ਔਰ ਸੱਚਾਈ ਇਹ ਹੈ, ਜਦੋਂ ਕੌਮਾਂ ਵਿੱਚ ਕੁਰਬਾਨੀਆਂ, ਮੈਂ ਬੜੀ ਵਾਰ ਜ਼ਿਕਰ ਕਰਦਾ ਹੁੰਦਾ, ਜਿਹਨੇ ਰਾਹ ਬਣਨਾ ਹੈ ਨਾ ਉਹਨੇ ਆਪਣੇ ਉੱਤੋਂ ਘਾਹ ਨੂੰ ਸਾੜਨਾ ਹੀ ਪੈਣਾ। ਉਹਨੂੰ ਜਿਹੜਾ ਰਾਹ ਹੁੰਦਾ ਨਾ ਉਹਦੇ ਤੇ ਘਾਹ ਨਹੀਂ ਹੁੰਦਾ, ਤੇ ਜਿੱਥੇ ਘਾਹ ਹੁੰਦਾ ਉੱਥੇ ਰਾਹ ਨਹੀਂ ਹੁੰਦਾ। ਜਦੋਂ ਘਾਹ ਖਤਮ ਹੋਏਗਾ ਤੇ ਰਾਹ ਬਣੇਗਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਰਾਹ ਬਣ ਰਹੀ ਹੈ, ਤੇ ਰਾਹ ਬਣਨ ਵਾਸਤੇ ਗੁਰੂ ਸਾਹਿਬ ਜੀ ਆਪਣੇ ਆਪ ਨੂੰ ਇਸ ਕੁਰਬਾਨੀ ਦੇ ਲਾਇਕ ਬਣਾ ਕੇ ਔਰ ਕੁਰਬਾਨ ਹੋਣਾ ਚਾਹੁੰਦੇ ਸੀ। ਔਰ ਵੱਡੀ ਕੁਰਬਾਨੀ ਤੋਂ ਬਾਅਦ, ਔਰ ਉਹਦਾ ਰੀਜਨ ਕੀ ਸੀ, ਸਾਰੇ ਸੰਸਾਰ ਨੂੰ ਇੱਕ ਵਿਚਾਰਧਾਰਾ ਨਾਲ ਜੋੜ ਦਿੱਤਾ ਜਾਏ। 1604 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, 1604 ਵਿੱਚ, ਤੇ 1606 ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ। 2 ਸਾਲਾਂ 'ਚ ਕੀ ਹੋ ਗਿਆ ਸੀ ਐਸਾ? ਕੋਈ ਗੱਲ ਤਾਂ ਹੋਣੀ ਹੈ। ਉਹਦਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਪਹਿਲੀ ਵਾਰ ਦੁਨੀਆ 'ਚ, ਆ ਸ਼ਬਦ ਮੇਰਾ ਦਿਮਾਗ 'ਚ ਪਾ ਲਿਓ, ਦੁਨੀਆ, ਵਰਲਡ, ਸੰਸਾਰ ਭਰ ਵਿੱਚ ਪਹਿਲਾ ਕੋਈ ਗ੍ਰੰਥ ਤਿਆਰ ਹੋਇਆ ਸੀ ਜਿੱਥੇ ਇਹ ਲਿਖਿਆ ਸੀ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ 4 ਵਰਨਾ ਕੋ ਸਾਂਝਾ। ਇਹ ਤੋਂ ਪਹਿਲਾਂ ਕੋਈ ਗ੍ਰੰਥ ਦੱਸ ਦਿਓ, ਜੇ ਤੁਹਾਡੇ ਗਿਆਨ ਹਿੱਤ ਹੋਵੇ ਤਾਂ ਮੇਰੇ ਗਿਆਨ 'ਚ ਵਾਧਾ ਕੀਤਾ ਜਾ ਸਕਦਾ ਹੈ। ਪਹਿਲੀ ਵਾਰ ਦੁਨੀਆ 'ਚ ਗ੍ਰੰਥ ਤਿਆਰ ਹੋਇਆ ਸੀ। ਬੜੇ ਧਾਰਮਿਕ ਗ੍ਰੰਥ ਨੇ। ਜੇ ਗ੍ਰੰਥ ਅੱਲਾ ਵਾਲਿਆਂ ਦਾ ਤੇ ਉਹਦੇ 'ਚ ਰਾਮ ਸ਼ਬਦ ਨਹੀਂ ਹੈ, ਜੇ ਗ੍ਰੰਥ ਰਾਮ ਵਾਲਿਆਂ ਦਾ ਤੇ ਉਹਦੇ 'ਚ, ਬੋਲੋ ਗੱਜ ਕੇ, ਅੱਲਾ ਸ਼ਬਦ ਨਹੀਂ ਹੈ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੋਗੇ, ਇਹ ਠੀਕ ਹੈ ਮੋਹਰ ਸਿੱਖਾਂ ਨੇ ਲਾ ਲਈ, ਇਹ ਸਾਡਾ ਹੈ,
ਸਾਡਾ ਗੁਰੂ ਹੈ। ਨਹੀਂ 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 ਨਹੀਂ, ਭੁਲੇਖਾ ਖਾ ਗਏ, ਸਾਡਾ ਨਹੀਂ ਹੈ। ਸਾਨੂੰ ਤੇ ਮਹਾਰਾਜ ਦੇ ਗਏ ਵੀ ਸਾਰੀ ਦੁਨੀਆ 'ਚ ਪਹੁੰਚਾ ਦਿਓ। ਸਾਡੀ ਤੇ ਇੱਕ ਜ਼ਿੰਮੇਵਾਰੀ ਲਾ ਗਏ ਮਹਾਰਾਜ ਵੀ ਆਹ ਲਓ, ਤੁਸੀਂ ਲਾਇਕ ਲੱਗਦੇ ਹੋ ਥੋੜੇ ਜਿਹੇ ਬਾਕੀਆਂ ਨਾਲੋਂ, ਤੁਸੀਂ ਥੋੜੇ ਜਿਹੇ ਸਿਆਣੇ ਦਿਸਦੇ ਹੋ ਮੈਨੂੰ। ਤੇ ਜਿਵੇਂ ਸਿਆਣਾ ਬਾਪ ਕੋਈ ਕੀਮਤੀ ਚੀਜ਼ ਆਪਣੀ ਲਾਇਕ ਔਲਾਦ ਨੂੰ ਸੰਭਾਲ ਕੇ ਇਹ ਕਹਿੰਦਾ ਵੀ ਪੁੱਤ ਬਾਕੀਆਂ ਤੱਕ ਪਹੁੰਚਾ ਦੀ। ਮੰਨ ਲਓ ਪਿਤਾ ਹਸਪੀਟਲ ਵਿੱਚ ਹੋਵੇ ਤੇ ਪਿਤਾ ਦਮ ਤੋੜਨ ਵਾਲਾ ਹੈ, ਤੇ ਉਹ ਫਿਰ ਸਾਰਿਆਂ ਤੋਂ ਜ਼ਿੰਮੇਵਾਰ ਬੰਦੇ ਨੂੰ ਲਾਗੇ ਸੱਦ ਕੇ ਕਹਿੰਦਾ ਵੀ ਆਹ ਮੇਰੀ ਪ੍ਰਾਪਰਟੀ ਹੈ, ਆਹ ਮੇਰੀ ਜਾਇਦਾਦ ਹੈ, ਇਹ ਮੇਰੀ ਜਾਇਦਾਦ ਮੇਰੇ ਬਾਕੀ ਪੁੱਤਾਂ ਤੱਕ ਬਰਾਬਰ ਬਰਾਬਰ ਪਹੁੰਚਾ ਦਿਓ। ਮੇਰੇ ਜਾਣ ਤੋਂ ਬਾਅਦ ਕਿਤੇ ਮੇਰੀ ਔਲਾਦ ਇਸ ਜਾਇਦਾਦ ਕਰਕੇ ਆਪਸ ਵਿੱਚ ਉਲਝ ਕੇ ਨਾ ਬਹਿ ਜਾਏ। ਹੁਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸਿਆਣੇ ਪੁੱਤ ਸਮਝ ਕੇ ਸਾਨੂੰ ਸਿੱਖਾਂ ਨੂੰ ਆਪਣੇ ਸਿਆਣੇ ਪੁੱਤ ਸਮਝ ਕੇ ਗੁਰੂ ਗ੍ਰੰਥ ਸਾਹਿਬ ਤੁਹਾਡੀ ਝੋਲੀ 'ਚ ਪਾਤਾ ਤੇ ਤੁਹਾਨੂੰ ਕਿਹਾ ਪੂਰੇ ਸੰਸਾਰ ਵਿੱਚ ਨੋਟ ਕਰ ਲਿਓ ਬਾਬੇ ਨੇ ਕੀ ਲਿਖਿਆ, ਭਾਈ ਗੁਰਦਾਸ ਜੀ ਨੇ ਕੀ ਲਿਖਿਆ, ਜਾਹਰ ਪੀਰ ਜਗਤ ਗੁਰ ਬਾਬਾ। ਸਾਡਾ ਬਾਬਾ ਜਾਹਰ ਤੌਰ ਤੇ ਹਕੀਕਤ ਰੂਪ ਵਿੱਚ ਸਾਰੇ ਸੰਸਾਰ ਦਾ ਹੈ, ਜਗਤ ਗੁਰ ਬਾਬਾ। ਤੇ ਬਾਬਾ ਨਾਨਕਾ ਨਿਗਾਹ ਮਾਰ ਕੇ ਵੇਖ, ਜਗਤ ਤੱਕ ਤੇ ਪਤਾ ਨਹੀਂ, ਅਜੇ ਤੇ ਪੰਜਾਬ ਵਾਲਿਆਂ ਨੇ ਵੀ ਤੈਨੂੰ ਆਪਣਾ ਗੁਰੂ ਨਹੀਂ ਮੰਨਿਆ। ਬੜੇ ਗੁਰੂ ਨੇ ਇਹਨਾਂ ਕੋਲ, ਤੇਰੇ ਕੋਲ ਤਾਂ ਕਿਤੇ ਅਖੀਰ ਤੇ ਆਉਂਦੇ ਨੇ ਹੱਕ ਹਾਰ ਕੇ, ਜਦੋਂ ਥੱਕ ਥਕਾ ਜਾਂਦੇ ਨੇ ਨਾ। ਬਥੇਰੇ ਨੇ ਨਕਲੀ ਇਹਨਾਂ ਕੋਲ, ਆਪਣੇ ਬਣਾ ਬਣਾ ਰੱਖੇ ਨੇ ਇਹਨਾਂ ਨੇ, ਤੇ ਨੱਕ ਰਗੜਦੇ ਨੇ ਬਥੇਰੇ ਉਹਨਾਂ ਦੇ ਗਾੜੀ। ਤੇ ਜਦੋਂ ਨੱਕ ਰਗੜ ਕੇ ਕਿਤੇ ਗੱਲ ਨਹੀਂ ਨਾ ਬਣਦੀ, ਫਿਰ ਆਣ ਕੇ ਕਹਿੰਦੇ ਬਾਬਾ ਨਾਨਕਾ ਤੂੰ ਹੀ ਫੜ ਲਾ ਬਾਂਹ ਹੁਣ। ਤੇ ਨਕਲੀਆਂ ਦੀ ਬਾਂਹ ਫਿਰ ਬਾਬਾ ਨਾਨਕ ਵੀ ਕੀ ਫੜਿਓ, ਕਹਿੰਦਾ ਫਿਰ ਤੁਰੇ ਫਿਰੋ ਜਿੱਥੇ ਫਿਰਨਾ ਤੁਸੀਂ, ਮੈਂ ਕੀ ਕਰਾਂ ਹੁਣ। ਸਾਰਾ ਸਾਲ ਵਿਦਿਆਰਥੀ ਸਕੂਲ 'ਚ ਨਾ ਵੜੇ ਤੇ ਪੇਪਰਾਂ ਦੇਣ ਆਣ ਕੇ, ਪੇਪਰਾਂ ਵਾਲੇ ਦਿਨ ਆਣ ਕੇ ਟੀਚਰ ਦੇ ਪੈਰੀ ਪੈ ਜਾਏ ਵੀ ਕਰੋ ਕਿਰਪਾ ਹੁਣ ਕੋਈ, ਤੇ ਉਹ ਕਹੇਗਾ ਹੁਣ ਕੀ ਕਰਾਂ ਮੈਂ। ਫਿਰ ਅਸੀਂ ਐਂ ਹੀ ਕਰਦੇ ਆ ਨਾ, ਬੜੇ ਆਪਣੇ ਆਪਣੇ ਢੰਗ ਨਾਲ ਬਣਾਏ ਨੇ। ਫਿਰ ਸਾਲ 'ਚ ਇੱਕ ਅੱਧਾ ਦਿਨ ਗੁਰੂ ਨਾਨਕ ਸਾਹਿਬ ਕੋਲ ਆਣ ਕੇ ਮਹਾਰਾਜ ਬਖਸ਼ੋ ਗੁਨਾਹ ਸਾਡੇ, ਅਸੀਂ ਪਾਪੀ ਆ। ਤੇ ਮਹਾਰਾਜ ਕਹਿੰਦੇ ਮੈਂ ਤੇ ਰੋਜ਼ ਹੀ ਤੁਹਾਨੂੰ ਕਹਿਣਾ ਵੀ ਪਾਪ ਛੱਡ ਦਿਓ, ਔਗਣ ਛੱਡ ਦਿਓ, ਬੁਰਾਈਆਂ ਛੱਡ ਦਿਓ, ਪਰ ਅਸੀਂ ਛੱਡਦੇ ਕਿੱਥੇ ਆ। ਜਿੱਦਣ ਸਾਡੀ ਕੌਮ ਨੇ, ਅਸੀਂ ਰਾਜ ਭਾਗ ਦੇ ਮਾਲਕ ਬਣੇ ਜਿੱਦਣ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਸੀ। ਸਾਨੂੰ ਗੁਰੂ ਨੇ ਰਾਜ ਭਾਗ ਦੇ ਮਾਲਕ ਬਣਾਇਆ ਤੇ ਇੰਨੇ ਕਮਾਲ ਦਾ ਰਾਜ ਭਾਗ ਚਲਾਇਆ ਤੁਸੀਂ, ਏਡਾ ਕਮਾਲ ਦਾ ਵੀ ਅੱਜ ਜਿਹੜੇ ਮੁਲਕ ਤੁਹਾਨੂੰ ਐਡਵਾਂਸ ਲੱਗਦੇ ਨੇ ਨਾ, ਉਹ ਮੁਲਕ ਵੀ ਗੁਰੂ ਸਾਹਿਬ ਜੀ ਦੇ ਉਸ ਰਾਜ ਭਾਗ ਦੀਆਂ ਸੱਚੀ ਮੁੱਚੀ ਐਗਜ਼ਾਮਪਲਾਂ ਸੈੱਟ ਕਰਨੀਆਂ ਚਾਹੁੰਦੇ। ਤੇ ਜਿਨ੍ਹਾਂ ਦਾ ਆਪਣਾ ਰਾਜ ਹੈ ਉਹ ਸਿਰਫ ਗੁਰਦੁਆਰੇ ਸਵੇਰੇ ਸ਼ਾਮ ਪੜ੍ਹ ਹੀ ਲੈਂਦੇ ਨੇ। ਰਾਜ ਕਰੇਗਾ, ਬੋਲੋ ਗੱਜ ਕੇ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। ਤੇ ਕਿੰਨੇ ਤੇ ਤੁਸੀਂ ਗੁਰੂ ਦੇ ਲਾਗੇ ਬੰਨੇ ਹੀ ਆਕੀ ਬਿਠਾਏ ਫਿਰਦੇ ਹੋ, ਤੁਸੀਂ ਕਹਿੰਦੇ ਹੋ ਆਕੀ ਰਹੇ ਨਾ ਕੋਏ। ਤੁਸੀਂ ਤੇ ਆਪ ਵੀ ਹੋ ਤੇ ਬਾਕੀ ਵੀ ਪੈਦਾ ਕੀਤੇ ਨੇ ਇਦਾਂ ਦੇ। ਤੇ ਮਹਾਰਾਜ ਕਹਿੰਦੇ ਰਾਜ ਕਰੇਗਾ ਖਾਲਸਾ, ਨਾਲੇ ਪੜ੍ਹੀ ਜਾਂਦੇ ਹਾਂ ਅਸੀਂ ਆਕੀ ਰਹੇ ਨਾ ਕੋਏ। ਖੁਆਰ ਹੋਏ ਸਭ ਮਿਲेंगे ਬੱਚੇ। ਤੇ ਅਰਥ ਤੁਸੀਂ ਕਰ ਲਓ ਹੁਣ ਇਹਦੇ ਕੀ ਨੇ, ਬਚਣਗੇ ਉਹ ਜਿਹੜੇ ਸ਼ਰਨ ਵਿੱਚ ਨੇ ਤੇ ਜਿਹੜੇ ਗੁਰੂ ਦੀ ਸ਼ਰਨ। ਸ਼ਬਦ ਪੜਿਆ ਸੀ ਨਾ, ਮਾਈ ਮਾਇਆ ਛਾਲ ਤ੍ਰਿੜ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਛੋੜ ਸਿਆਣਪ, ਛੱਡ ਦੇ ਫਿਰ ਆਪਣੇ ਵਾਲੀ ਗੱਲ। ਮਹਾਰਾਜ ਬਾਕੀ ਭਾਵੇਂ ਜਿੱਦਾਂ ਮਰਜ਼ੀ ਹੈ, ਪਰ ਆਪਣੇ ਵਾਲੀ। ਜਿਨ੍ਹਾਂ ਦਾ ਸ਼ਹਾਦਤ ਪੁਰਬ ਮਨਾ ਰਹੇ ਉਹਨੂੰ ਪਤਾ ਕੀ ਕਹਿੰਦੇ ਨੇ, ਛੋੜ ਸਿਆਣਪ ਬਹੁਤ ਚਤੁਰਾਈ, ਬੜੀਆਂ ਚਲਾਕੀਆਂ ਨੇ ਤੇਰੇ ਕੋਲ। ਜੇ ਤੈਨੂੰ ਐ ਲੱਗਦਾ ਨਾ ਕੋਈ ਗੱਲ ਕਰੇਗਾ, ਤੂੰ ਨਾਲ ਗੁਰੂ ਨੂੰ ਜੋੜ ਲੈਣਾ ਵੀ ਗੁਰੂ ਨੂੰ ਵੀ ਕਰੋ ਜੇ ਮੈਨੂੰ ਗੱਲ ਕਰਨੀ ਹੈ। ਛੋੜ ਸਿਆਣਪ ਬਹੁਤ ਚਤੁਰਾਈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਚਲਾਕੀਆਂ ਸਿਆਣਪਾਂ ਛੱਡ ਦੇ। ਤੇ ਗੁਰੂ ਸਾਹਿਬ ਕਹਿੰਦੇ ਭਾਗਹੀਨ ਸਮਝਤ ਨਹੀਂ ਖਾੜ। ਇਹ ਮੂਰਖ ਕਿੱਥੇ ਸਮਝਦਾ, ਇਹਨੂੰ ਕਿੱਥੋਂ ਸਮਝ ਲੱਗਦੀ ਹੈ। ਛੱਡਣਾ ਪੈਣਾ ਸਾਨੂੰ। ਅਸੀਂ ਇਸ ਤਰ੍ਹਾਂ ਨਾਲ ਗੁਰੂ ਦੀ ਗੱਲ ਨੂੰ ਸਮਝ ਸਕਦੇ ਹਾਂ ਜਦੋਂ ਫਿਰ ਤੁਸੀਂ। ਔਰ ਇੱਕ ਗੱਲ ਹੋਰ ਚੇਤੇ ਰੱਖਿਓ, ਅੱਜ 5 ਜੂਨ ਵੀ ਹੈ ਤੇ ਮੈਂ ਕਿਹਾ ਸੀ ਜੂਨ 84, ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਗਏ, ਭਾਰਤ ਸਰਕਾਰ ਤੁਹਾਡੀ ਦੁਸ਼ਮਣ ਕਿਉਂ ਬਣ ਗਈ 1984 ਚ ਭਲਾ?
ਬਜ਼ੁਰਗ ਬੈਠੇ ਨੇ, ਉਹਨਾਂ ਨੂੰ ਪਤਾ ਹੋਣਾ, ਕਿਉਂਕਿ ਪੰਜਾਬ ਦੇ ਲੋਕ ਸਿਰਾਂ ਤੇ ਪੱਗਾਂ ਬੰਨਣ ਲੱਗ ਪਏ, ਦਾੜੀਆਂ ਰੱਖਣ ਲੱਗ ਪਏ, ਗੁਰਦੁਆਰੇ ਜਾਣ ਲੱਗ ਪਏ। ਵੇਖੋ ਗੁਨਾਹ ਕੀ ਹੈ ਸਾਡਾ। ਸਾਡੇ ਬੰਦੇ, ਸਾਡੇ ਬੱਚੇ ਦੂਜਿਆਂ ਦੀਆਂ ਬੱਚੀਆਂ ਨੂੰ ਆਪਣੀਆਂ ਬੱਚੀਆਂ ਮੰਨਣ ਲੱਗ ਪਏ। ਅਸੀਂ ਉਹ ਬਾਬੇ ਨਾਨਕ ਦਾ ਸੁਨੇਹਾ ਸਾਂਝੀ ਵਾਲਤਾ ਵਾਲਾ ਵੱਡੇ ਪੱਧਰ ਤੇ ਲੈ ਕੇ ਆਏ। ਅਸੀਂ ਕਿਹਾ, ਬਾਬਾ ਜਰਨੈਲ ਸਿੰਘ ਨੇ ਪਹਿਲੀ ਮੰਗ ਕੀ ਰੱਖੀ ਸੀ ਵੀ ਅੰਮ੍ਰਿਤਸਰ ਨੂੰ ਪਵਿੱਤਰ ਨਗਰੀ ਦਾ ਦਰਜਾ ਦੇ ਦਿਓ। ਇੱਥੇ ਸ਼ਰਾਬ, ਅੱਜ ਇੱਥੋਂ ਸ਼ੁਰੂ ਹੋਈ ਸੀ ਨਾ ਗੱਲ। ਤਾਂ ਹੁਣ ਇਹ ਤਾਂ ਸਾਰੀਆਂ ਸਰਕਾਰਾਂ ਹੀ ਕਹਿੰਦੀਆਂ ਨੇ ਨਸ਼ਾ ਮਾੜੀ ਚੀਜ਼ ਹੈ। ਤੁਸੀਂ ਕਿਸੇ ਬੰਦੇ ਤੋਂ ਲਿਖਵਾ ਕੇ ਦੇ ਦਿਓ ਵੀ ਨਸ਼ਾ ਚੰਗੀ ਚੀਜ਼ ਹੈ, ਤੇ ਜੇ ਬਾਬਾ ਜਰਨੈਲ ਸਿੰਘ ਨੇ ਕਹਿਤਾ ਤੇ ਗੁਨਾਹ ਬਣ ਗਿਆ। ਤੁਸੀਂ ਇਦਾਂ ਕਿਉਂ ਕਹਿੰਦੇ ਹੋ? ਫਿਰ ਇੱਕ ਗੱਲ ਹੋਰ ਇਹ ਅਕਸਰ ਕਰਦੇ ਨੇ, ਕਹਿੰਦੇ ਜਿਹੜੇ ਬੰਦੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ, ਪਿਓਰ ਵਿਚਾਰਧਾਰਾ ਦੀ ਗੱਲ ਕਰਦੇ ਨੇ, ਉਹਨਾਂ ਨੂੰ, ਸਾਡੇ ਸਿੱਖਾਂ ਭਰਾਵਾਂ ਨੂੰ ਇਹ ਕਹਿੰਦੇ ਨੇ ਇਹ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ। ਇਹਨਾਂ ਨੂੰ ਕੌਣ ਦੱਸੇ ਦੇਸ਼ ਜਿਨ੍ਹਾਂ ਜੋੜਿਆ ਹੋਵੇ ਉਹ ਦੇਸ਼ ਤੋੜਨ ਦੀਆਂ ਗੱਲਾਂ ਕਿਉਂ ਕਰਨਗੇ? ਭਲਾ ਕਿੰਨੇ ਜੋੜਿਆ ਦੇਸ਼? ਇਤਿਹਾਸ ਦੇ ਵਰਕੇ ਤਾਂ ਫਰੋਲ ਕੇ ਵੇਖੋ। ਦਿੱਲੀ ਦਾ ਲਾਲ ਕਿਲਾ ਕਿਹਦਾ ਸੀ? ਮੁਹੰਮਦ ਸ਼ਾਹ ਰੰਗੀਲੇ ਦਾ। ਭਾਰਤ ਦੀ ਜਾਇਦਾਦ, ਭਾਰਤ ਦੀ ਜਗੀਰ ਕਿਹਨੇ ਬਣਾਇਆ ਉਹਨੂੰ? ਬਘੇਲ ਸਿੰਘ ਨੇ ਬਣਾਇਆ। ਇਹ ਪੰਜਾਬ ਕਿਹਨਾਂ ਦੀ ਜਾਇਦਾਦ ਸੀ? ਸਰਹੰਦ ਦਾ ਮਾਲਕ ਕੌਣ ਸੀ? ਇਹਨੂੰ ਪੰਜਾਬ ਦਾ, ਜੇ ਭਾਰਤ ਦਾ ਹਿੱਸਾ ਬਣਾਇਆ ਤੇ ਸਾਡਿਆਂ ਨੇ ਬਣਾਇਆ। ਕਸ਼ਮੀਰ, ਚੀਨ ਤੱਕ ਦੇ ਇਲਾਕੇ ਜੇ ਜਿੱਤ ਕੇ ਦਿੱਤੇ ਭਾਰਤ ਨੂੰ, ਤੇ ਤੁਹਾਡੇ ਪੁਰਖਿਆਂ ਨੇ ਜਿੱਤ ਕੇ ਦਿੱਤੇ। ਤੇ ਤੁਸੀਂ ਸਾਨੂੰ ਕਹਿੰਦੇ ਹੋ ਵੀ ਅਸੀਂ ਦੇਸ਼ ਤੋੜਨ ਦੀਆਂ ਗੱਲਾਂ ਕਰਦੇ ਆ। ਅਸੀਂ ਹਜ਼ਾਰਾਂ ਕੁਰਬਾਨੀਆਂ ਕਰੀ ਬੈਠੇ ਆ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ। ਤੁਸੀਂ ਇਸ ਦੇਸ਼ ਦੇ ਕੋਈ ਜ਼ਿਆਦਾ ਨਹੀਂ ਲੱਗਦੇ? ਸਾਨੂੰ ਨਾ ਪੁੱਛੋ ਜਾਂ ਸਾਡੇ ਤੇ ਸਵਾਲ ਨਾ ਕਰੋ। ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਤੇ ਇਹ ਦੇਸ਼ ਨਾ ਹੁੰਦਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਨਾ ਹੁੰਦੀ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਹੱਥ ਵਿੱਚ ਸ਼ਮਸ਼ੀਰ ਫੜੀ ਨਾ ਹੁੰਦੀ, ਗੁਰੂ ਤੇਗ ਬਹਾਦਰ ਪਾਤਸ਼ਾਹ ਚਾਂਦਨੀ ਚੌਂਕ ਬੈਠੇ ਨਾ ਹੁੰਦੇ, ਮੇਰੇ ਸਰਬੰਸ ਕਲਗੀਆਂ ਵਾਲੇ ਨੇ ਸਰਬੰਸ ਵਾਰਿਆ ਨਾ ਹੁੰਦਾ, ਤੇ ਅੱਜ ਇਹ ਦੇਸ਼ ਨਾ ਹੁੰਦਾ। ਜਿਹੜੇ ਬੰਦਿਆਂ ਨੇ ਯਾਰ ਤੁਹਾਨੂੰ ਤਖਤ ਦੇ ਲਾਇਕ ਬਣਾਇਆ, ਨਹੀਂ ਤੁਸੀਂ ਤਖਤਾਂ ਦੇ ਲਾਇਕ ਨਹੀਂ ਸੀ। ਤਖਤਾਂ ਤੇ ਬਹਿਣ ਵਾਲੇ ਬੰਦੇ, ਇਤਿਹਾਸ ਗਵਾਹ ਹੈ ਇਸ ਗੱਲ ਦਾ। ਜਿਹੜੇ ਅੱਜ ਗੱਲਾਂ ਕਰਦੇ ਨੇ ਨਾ, ਇਹ ਬੰਦੇ ਤਖਤਾਂ ਤੇ ਬਹਿਣ ਵਾਲਿਆਂ ਦੇ ਮੂੰਹ ਵਿੱਚੋਂ ਪਾਨ ਦੇ ਬੀੜੇ ਆਪਣੇ ਹੱਥਾਂ 'ਚ ਪਵਾ ਕੇ ਬਾਹਰ ਸੁੱਟਣ ਵਾਲੇ ਸਨ। ਤੇ ਸਵਾਲ ਅੱਜ ਸਾਨੂੰ ਕਰਦੇ ਨੇ। ਸਾਨੂੰ ਕ੍ਰੈਡਿਟ ਲੈਣ ਦੀ ਕੋਈ ਭੁੱਖ ਨਹੀਂ। ਸਾਡੇ 'ਚ ਵੱਡੀ ਗੱਲ ਇਹੋ ਹੀ ਹੈ, ਅਸੀਂ ਆਨੰਦਪੁਰ ਰੀਝ ਨਾਲ ਵਸਾਉਂਦੇ ਆ। ਬੜੀ ਰੀਝ ਨਾਲ ਵਸਾਇਆ ਸੀ ਆਨੰਦਪੁਰ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਨਾਵੀਂ ਜੋਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਦਾਦੀ ਜੀ ਦੇ ਨਾਂ ਤੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਦਾਦੀ ਦੇ ਨਾਂ ਤੇ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੀ ਮਾਤਾ ਦੇ ਨਾਮ ਤੇ, ਇਹਦਾ ਨਾਮ ਸੀ ਚੱਕ ਨਾਨਕੀ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਮਹਿਲ, ਉਹਨਾਂ ਦੀ ਪਤਨੀ ਦਾ ਨਾਮ ਸੀ ਬੇਬੇ ਨਾਨਕੀ। ਬੜੀ ਰੀਝ ਨਾਲ ਵਸਾਇਆ ਸੀ। ਪਹਾੜੀ ਰਾਜੇ ਕਹਿੰਦੇ ਆਨੰਦਪੁਰ ਛੱਡ ਦਿਓ, ਤੁਹਾਨੂੰ ਕੁਛ ਨਹੀਂ ਕਹਿੰਦੇ। ਤੁਹਾਨੂੰ ਕੀ ਲੱਗਦਾ ਕਲਗੀਆਂ ਵਾਲੇ ਨੂੰ ਪਤਾ ਨਹੀਂ ਸੀ ਇਹਨਾਂ ਨੇ ਕੀ ਕਰਨਾ ਆਨੰਦਪੁਰ ਛੱਡਣ ਤੋਂ ਬਾਅਦ? ਪਤਾ ਸੀ। ਇਦਾਂ ਕਿਦਾਂ ਅਣਜਾਣ ਥੋੜੀ ਸਨ ਸਾਡੇ ਗੁਰੂ ਸਾਹਿਬ। ਪਰ ਮਹਾਰਾਜ ਨੇ ਕਿਹਾ ਜੇ ਗੱਲ ਆਨੰਦਪੁਰ ਦੇ ਕਿਲੇ ਦੀ ਹੈ ਨਾ, ਲਓ ਛੱਡਿਆ ਫਿਰ। ਪਰ ਇਹ ਗੱਲ ਚੇਤੇ ਰੱਖਿਓ, ਮੈਂ ਆਨੰਦਪੁਰ ਦਾ ਕਿਲਾ ਛੱਡ ਕੇ ਵੀ ਮਹਾਨ ਹੋਣਾ, ਤੇ ਤੁਸੀਂ ਆਨੰਦਪੁਰ ਦੇ ਕਿਲੇ ਤੇ ਕਬਜ਼ਾ ਕਰਕੇ ਵੀ ਮਹਾਨ ਨਹੀਂ ਹੋ ਪਾਉਣਾ। ਮੇਰੇ ਦਾਤੇ ਨੇ ਆਨੰਦਪੁਰ ਦਾ ਕਿਲਾ ਛੱਡਤਾ, ਤੇ ਕੀ ਕੀਤਾ ਸੀ ਉਸ ਵੇਲੇ? ਉਹਨਾਂ ਆਟੇ ਦੀ ਗਾਂ ਤੇ ਕੁਰਾਨ ਦੀਆਂ ਕਸਮਾਂ ਖਾਧੀਆਂ ਸੀ ਕਿ ਅਸੀਂ ਕੁਛ ਨਹੀਂ ਕਹਿੰਦੇ। ਪਰ ਜਦੋਂ ਮਹਾਰਾਜ ਨੇ ਕਿਲਾ ਛੱਡਤਾ, ਉਹਨਾਂ ਨੇ ਹਮਲਾ ਬੋਲਤਾ। ਹੁਣ ਗੁਰੂ ਸਾਹਿਬ ਸਾਨੂੰ ਕਿਰਦਾਰ ਦੀਆਂ ਗੱਲਾਂ ਦੱਸਦੇ ਹੋ, ਤੁਸੀਂ ਸਾਡੇ ਕਿਰਦਾਰਾਂ ਬਾਰੇ ਸਵਾਲ ਕਰਦੇ ਹੋ। ਜੇ ਅਸੀਂ ਤੁਹਾਡਿਆਂ ਦੇ ਕਿਰਦਾਰ ਫਰੋਲਣ ਲੱਗ ਪਏ, ਪਰ ਅਸੀਂ ਇਸ ਝਮੇਲੇ 'ਚ ਨਹੀਂ ਪੈਣਾ ਚਾਹੁੰਦੇ। ਗੱਲ ਇਹ ਨਹੀਂ ਵੀ ਅਸੀਂ ਜੇ ਟੇਬਲ ਤੇ ਬਹਿ ਕੇ ਗੱਲ ਕਰਨੀ ਹੋਈ ਤਾਂ ਫਿਰ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ। ਜੂਨ 1984 ਵਿੱਚ ਸਿੱਖਾਂ ਦਾ ਗੁਨਾਹ ਇਹ ਹੈ ਵੀ ਪੰਜਾਬ ਦੀ ਧਰਤੀ ਤੇ ਨੌਜਵਾਨ ਸਿਰਾਂ ਤੇ ਪੱਗਾਂ ਬੰਨ੍ਹਣ ਲੱਗ ਪਏ, ਗਲਾਂ 'ਚ ਸਿਰੀ ਸਾਹ ਪਾ ਲਏ, ਬਾਣੀ ਪੜ੍ਹਨ ਲੱਗ ਪਏ, ਪੰਜਾਬ ਵਿੱਚ ਬਾਣੀ ਦੀ ਗੱਲ ਚੱਲਣ ਲੱਗ ਪਈ।
ਇਹ ਕਹਿਣ ਲੱਗ ਪਏ ਪੰਜਾਬ ਦੇ ਲੋਕ, ਪੰਜਾਬ ਨੂੰ ਨਸ਼ੇ ਤੋਂ ਰਹਿਤ ਬਣਾ ਦਿਓ, ਪੰਜਾਬ ਦੇ ਪਾਣੀ ਪੰਜਾਬ ਨੂੰ ਦੇ ਦਿਓ। ਉਹ ਕਹਿੰਦੇ ਜਿਹੜੇ ਅਜੇ ਤੱਕ ਚੇਤਾ ਨਹੀਂ ਆਇਆ ਤੇ ਤੁਹਾਨੂੰ ਅੱਜ ਕਿਉਂ ਚੇਤਾ ਆਇਆ? ਭੁਲਾ ਦਿੱਤਾ ਸਾਨੂੰ ਬੁਰੀ ਤਰ੍ਹਾਂ ਨਾਲ। ਸਾਡੇ ਤੇ ਉਸ ਦਰਬਾਰ, ਜਿਹੜੇ ਦਰਬਾਰ ਸਾਹਿਬ ਦੇ ਵਿੱਚ ਇਹ ਪੈਗਾਮ ਪੜ੍ਹਿਆ ਜਾਂਦਾ ਸੀ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਉਸ ਦਰਬਾਰ ਤੇ ਉਸੇ ਮੁਲਕ ਦੀਆਂ, ਇਹ ਵੀ ਦੁਨੀਆ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਹੋਣਾ, ਆਪਣੇ ਮੁਲਕ ਦੇ ਬੰਦਿਆਂ ਨੇ ਫੌਜਾਂ ਚੜਾ ਕੇ ਉਸ ਦੇਸ਼ ਦੇ ਵਸਿੰਦਿਆਂ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਮਾਰਿਆ ਹੋਵੇ। ਦਰਬਾਰ ਸਾਹਿਬ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਦਿਨ ਕਿਉਂ ਚੁਣਿਆ? ਮੈਂ ਪਹਿਲਾਂ ਕਿਹਾ ਸੀ ਰੀਜ਼ਨਿੰਗ ਤੇ ਜਾਇਆ ਕਰੋ। ਠੀਕ ਹੈ ਬਾਬਾ ਜਰਨੈਲ ਸਿੰਘ, ਇੱਕ ਪਾਲੀ ਮੈਂ ਮੰਨ ਲੈਣਾ ਵੀ ਤੁਸੀਂ ਜਰਨੈਲ ਸਿੰਘ ਨੂੰ ਫੜਨਾ ਚਾਹੁੰਦੇ ਸੀ, ਫਿਰ ਮਈ ਦੀ ਕੋਈ ਤਰੀਕ ਕਿਉਂ ਨਹੀਂ ਚੁਣੀ? ਠੀਕ ਹੈ, ਤੁਹਾਡੇ ਦਿਮਾਗ 'ਚ ਮਈ 'ਚ ਹੀ ਆਇਆ ਹੋਣਾ ਹੈ ਵੀ ਜਰਨੈਲ ਸਿੰਘ ਨੂੰ ਫੜਨਾ ਹੈ, ਫਿਰ ਤੁਸੀਂ ਜੂਨ ਤੋਂ ਬਾਅਦ ਅਗਲਾ ਮਹੀਨਾ ਜੁਲਾਈ ਦਾ ਕਿਉਂ ਨਹੀਂ ਚੁਣਿਆ? ਤੁਸੀਂ ਜੂਨ ਦੀ 6 ਤਰੀਕ ਕਿਉਂ ਚੁਣੀ? ਕਿਉਂਕਿ ਤੁਹਾਨੂੰ ਪਤਾ ਸੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਮਨਾਉਣ ਵਾਸਤੇ ਸਿੱਖ ਬਹੁਤ ਵੱਡੀ ਗਿਣਤੀ 'ਚ ਅੰਮ੍ਰਿਤਸਰ ਦੀ ਧਰਤੀ ਤੇ ਇਕੱਠੇ ਹੁੰਦੇ। ਤੁਸੀਂ ਨਸਲਕੁਸ਼ੀ ਕਰਨਾ ਚਾਹੁੰਦੇ ਸੀ, ਪਰ ਇਹ ਕਲਗੀਆਂ ਵਾਲੇ ਦੇ ਸਿੱਖ ਨੇ, ਇਹ ਬਾਜਾਂ ਵਾਲੇ ਦਾ ਪੰਥ ਹੈ, ਐਂ ਤਾਂ ਨਹੀਂ ਫਿਰ ਮੁੱਕਦਾ, ਐਂ ਨਹੀਂ ਮੁਕਾ ਸਕਦੇ ਤੁਸੀਂ। ਇਹ ਠੀਕ ਹੈ ਸਾਡੇ 'ਚ ਕਮੀਆਂ ਲੱਖ ਹੋਣਗੀਆਂ, ਜੇ ਕਮੀਆਂ ਦੀ ਗੱਲ ਕਰੀਏ ਉਹ ਆਪਣੇ ਥਾਂ ਤੇ ਬਹੁਤ ਨੇ, ਪਰ ਅਸੀਂ ਤਾਂ ਇੱਕ ਵੀ ਖਲੋ ਜੀਏ ਨਾ, ਜੇ ਕਿਤੇ ਇੱਕ ਵੀ ਹੋਵੇ ਸਹੀ ਕਲਗੀਆਂ ਵਾਲੇ ਦਾ ਸਿੱਖ, ਹੋਵੇ ਉਹ ਗਰਜਾ ਸਿੰਘ, ਹੋਵੇ ਉਹ ਬੋਤਾ, ਜੇ ਇੱਕ ਵੀ ਖਲੋਤਾ ਹੋਵੇ ਤੁਹਾਡੀਆਂ ਲੱਖਾਂ ਦੀਆਂ ਭੀੜਾਂ ਵਾਸਤੇ ਵੀ ਇਹ ਬਹੁਤ ਹੈ, ਭਾਰੂ ਬੜਾ ਪੈਂਦਾ ਤੁਹਾਡੇ ਤੇ ਅਸੀਂ ਇਹ ਸਾਬਤ ਕਰਕੇ ਵਿਖਾਉਂਦੇ ਹਾਂ। ਇਸੇ ਕਰਕੇ ਵਕਤ ਦੀਆਂ ਹਕੂਮਤਾਂ ਦੀਆਂ ਅੱਖਾਂ ਵਿੱਚ ਅਸੀਂ ਰੜਕਦੇ ਰਹਿੰਦੇ ਹਾਂ। ਸਿੱਖ ਕਿਉਂ ਰੜਕਦਾ ਹੈ? ਕਿਉਂਕਿ ਕਸ਼ਮੀਰ ਦੀ 370 ਧਾਰਾ ਟੁੱਟਦੀ ਹੈ ਤੇ ਜੇ ਕੋਈ ਨਹੀਂ ਬੋਲਦਾ, ਕੌਣ ਬੋਲਦਾ? ਸਿਰਫ ਤੇ ਸਿਰਫ ਪੰਜਾਬ ਦੇ ਲੋਕ ਬੋਲਦੇ। ਇੱਥੋਂ ਦੀਆਂ ਮੁੱਖ ਮੰਤਰੀ ਦੇ ਅਹੁਦੇ ਤੇ ਬਹਿਣ ਵਾਲੇ ਬੰਦੇ ਏਡੇ ਘਟੀਆ ਲੈਵਲ ਦੀ ਬਿਆਨਬਾਜ਼ੀ ਕਰਦੇ ਨੇ, ਹੁਣ ਕਸ਼ਮੀਰ ਦੀਆਂ ਲੜਕੀਆਂ ਵਿਆਹਾਂਗੇ ਅਸੀਂ। ਕਿੱਡੀ ਘਟੀਆ, ਇੱਕ ਸਟੇਟ ਦੇ ਲੈਵਲ ਦਾ ਬੰਦਾ ਏਡੀ ਘਟੀਆ ਗੱਲ ਕਰੇ, ਇਹਦਾ ਮਤਲਬ ਹੈ ਤੁਹਾਡੀ ਮਾਨਸਿਕਤਾ ਸਪਸ਼ਟ ਹੁੰਦੀ ਹੈ ਵੀ ਤੁਸੀਂ ਕਿਸ ਮਾਨਸਿਕਤਾ ਦੇ ਮਾਲਕ ਹੋ। ਤੁਹਾਡਾ ਮਸਲਾ ਕਿਸੇ ਮਸਲੇ ਨੂੰ ਸੁਲਝਾਉਣਾ ਨਹੀਂ ਹੈ। ਇੱਕ ਸਟੇਟ ਲੈਵਲ ਦੇ ਬੰਦੇ ਦਾ ਇਹ ਬਿਆਨ ਸੀ ਉਹਨਾਂ ਦੀਆਂ ਬੱਚੀਆਂ ਪ੍ਰਤੀ, ਤੇ ਦੂਜੇ ਬੰਨੇ ਅਸੀਂ ਕੋਈ ਰਾਜੇ ਨਹੀਂ ਸਾਂ, ਕੋਈ ਰਾਜ ਭਾਗ ਨਹੀਂ ਸੀ ਸਾਡੇ ਕੋਲ, ਪਰ ਜਿੱਥੇ ਕਿਤੇ ਵੀ ਕਸ਼ਮੀਰੀ ਬੱਚੀਆਂ ਪੜ੍ਹਦੀਆਂ ਸਨ, ਆਪਣੇ ਖਰਚੇ ਤੇ ਸਾਡੇ ਭਰਾ ਉਹਨਾਂ ਨੂੰ ਆਪ ਜਹਾਜ਼ਾਂ ਤੇ ਬਿਠਾ ਕੇ ਕਸ਼ਮੀਰ ਛੱਡ ਕੇ ਆਏ। ਇਹ ਹੈ ਸਾਡੇ ਅੰਦਰ ਕਲਗੀਆਂ ਵਾਲੇ ਦੀ ਦਾਤ। ਕਿਵੇਂ ਕੱਢ ਲੋਗੇ ਸਾਡੇ ਚੋਂ? ਐ ਮੁੱਕਦੇ ਤਖਤ ਢਾ ਲੋਗੇ, ਸਾਡੇ ਗੁਰਤਾਮ ਢਾ ਲੋਗੇ, ਸਾਡੇ ਰੈਫਰੈਂਸ ਲਾਇਬ੍ਰੇਰੀਆਂ ਨੂੰ ਸਾੜ ਦਿਓਗੇ, ਸਾਡੇ ਹਵਾਲੇ ਸਾੜ ਦਿਓਗੇ, ਪਰ ਸਾਡੇ ਦਿਲਾਂ 'ਚ ਉਸਰੇ ਉਸ ਤਖਤ ਨੂੰ ਕਿਵੇਂ ਢਾ ਲੋਗੇ? ਸਾਡੀ ਸੁਰਤ ਵਿੱਚ ਉਸਰਿਆ ਹੋਇਆ ਉਹ ਤਖਤ ਕਿਵੇਂ ਢਾ ਲੋਗੇ? ਤੇ ਅੱਜ ਅਕਾਲ ਤਖਤ ਨੂੰ ਢਾਉਣਾ, ਬਾਹਰੋਂ ਬਿਲਡਿੰਗ ਨੂੰ ਨੁਕਸਾਨ ਕਰਨਾ, ਇੱਕ ਧਿਰ ਹੈ ਜਿਹੜੀ ਬਾਹਰ ਬਿਲਡਿੰਗ ਢਾ ਦੇਣਾ ਚਾਹੁੰਦੀ ਹੈ, ਤੇ ਇੱਕ ਧਿਰ ਹੈ ਅੱਜ ਪੰਜਾਬ ਵਿੱਚ ਜਿਹੜੀ ਅਕਾਲ ਤਖਤ ਦੀ ਵਿਚਾਰਧਾਰਾ ਢਾ ਦੇਣਾ ਚਾਹੁੰਦੀ ਹੈ। ਜਿੱਥੇ ਤੁਹਾਨੂੰ ਬਿਲਡਿੰਗਾਂ ਢਾਉਣ ਵਾਲਿਆਂ ਦੀ ਸ਼ਨਾਖਤ ਕਰਨੀ ਆਉਂਦੀ ਹੈ ਨਾ, ਉੱਥੇ ਅੱਜ ਸਮਾਂ ਮੰਗ ਕਰਦਾ ਹੈ ਵਿਚਾਰਧਾਰਾ ਢਾਉਣ ਵਾਲਿਆਂ ਦੀ ਵੀ ਸ਼ਨਾਖਤ ਕਰ ਲਓ, ਨਹੀਂ ਤੇ ਬਾਹਰੋਂ ਅੰਦਰੋਂ ਛੱਡਣਾ ਕੁੱਖ ਵੀ ਨਹੀਂ ਆਉਣਾ। ਇਹ ਨਹੀਂ ਸਮਝੋਗੇ ਗੱਲਾਂ ਤੇ ਵਕਤ ਨੇ ਸਾਨੂੰ ਮਾਫ ਨਹੀਂ ਕਰਨਾ, ਇਤਿਹਾਸ ਨੇ ਸਾਨੂੰ ਮਾਫ ਨਹੀਂ ਕਰਨਾ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਅੰਦਰ ਸ਼ਾਂਤੀ ਜ਼ਰੂਰੀ ਹੈ, ਠੰਡ ਰੱਖਿਆ ਕਰੋ, ਕਿਸੇ ਦੀ ਗੱਲ ਨੂੰ ਬੜੇ ਗੌਰ ਨਾਲ ਸੁਣਿਆ ਕਰੋ। ਸ਼ਬਦ ਵਰਤਦੇ ਸੀ ਆਪਾਂ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਗੁੱਸੇ ਤੇ ਕਾਬੂ ਪਾਉਣਾ ਸਿੱਖੋ, ਗੁੱਸਿਆਂ ਨੂੰ ਪੀਣਾ ਸਿੱਖੋ। ਇਹ ਵੀ ਚੇਤਾ ਰੱਖੋ ਕਿੱਥੇ ਗੁੱਸਾ ਕਰਨਾ ਤੇ ਕਿੱਥੇ ਗੁੱਸਾ ਨਹੀਂ ਕਰਨਾ। ਥਾਂ ਕਥਾਂ ਵੇਖਣੀ ਸਿੱਖੋ। ਹਰ ਥਾਂ ਗੁੱਸੇ ਕਰਨ ਵਾਲੇ ਨਹੀਂ ਹੁੰਦੇ ਤੇ ਹਰ ਥਾਂ ਤੇ ਗੁੱਸਾ ਜਰਨ ਵਾਲੇ ਨਹੀਂ ਹੁੰਦੇ। ਵਕਤ ਨਹੀਂ, ਬਾਣੀ 'ਚ ਬਹੁਤ ਸਾਰੇ ਇਸ ਤਰ੍ਹਾਂ ਦੇ ਪੱਖ ਨੇ ਜਿਨ੍ਹਾਂ ਨੂੰ ਤੁਸੀਂ ਧਿਆਨ ਨਾਲ ਜਦੋਂ ਵੇਖੋਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਕਤ ਦੀਆਂ ਘੜੀਆਂ ਨੇ ਤੁਹਾਨੂੰ ਜੇ ਸਿਆਣੇ ਨਹੀਂ ਬਣਾਇਆ ਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਤੁਹਾਨੂੰ ਮਾਫ ਨਹੀਂ ਕਰਨਾ।
ਜੇ ਸਾਡੇ ਵਡੇਰਿਆਂ ਨੇ ਕੁਝ ਕੀਤਾ ਹੈ ਤੇ ਅਸੀਂ ਬਹਿ ਕੇ ਉਹਨਾਂ ਨੂੰ ਯਾਦ ਕਰ ਰਹੇ ਹਾਂ। ਜੇ ਤੁਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਕਰ ਨਾ ਸਕੇ ਤੇ ਤੁਹਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੇ ਮਾਫ ਕਰਨਾ ਨਹੀਂ। ਇਹ ਤਾਂ ਵੱਡੀਆਂ ਗੱਲਾਂ ਨੇ। ਸ਼ਾਇਦ ਪਤਾ ਨਹੀਂ ਕੌਮੀਅਤ ਕਿੱਦਣ ਸਾਨੂੰ ਸਮਝ ਆਉਣੀ ਹੈ। ਤੁਸੀਂ ਤਾਂ ਸਿੰਪਲ ਗੱਲ ਵੀ ਨਹੀਂ ਸਮਝ ਸਕੇ। ਪੰਜਾਬ ਦਾ ਪਾਣੀ ਤੇ ਹਵਾ ਦੋਵੇਂ ਹੀ ਗੰਧਲੇ ਕਰਤੇ ਪੰਜਾਬ ਦੇ ਲੋਕੋ ਆਪਾਂ ਰਲ ਮਿਲ ਕੇ। ਨਾ ਪੰਜਾਬ ਦੀ ਹਵਾ ਪਵਿੱਤਰ ਰਹਿ ਗਈ ਹੈ ਤੇ ਨਾ ਪੰਜਾਬ ਦਾ ਪਾਣੀ ਪਵਿੱਤਰ ਰਹਿ ਗਿਆ। ਤੇ ਇਹਦਾ ਦੋਸ਼ੀ ਕੋਈ ਹੋਰ ਨਹੀਂ ਹੈ, ਇਹਦੇ ਦੋਸ਼ੀ ਆਪਾਂ ਵਾਂ ਸਾਰੇ ਰਲ ਮਿਲ ਕੇ। ਇਹੀ ਚਾਹੁੰਦਾ ਸੀ ਸਮਾਂ, ਇਹੀ ਸਰਕਾਰਾਂ ਚਾਹੁੰਦੀਆਂ ਸਨ ਤੇ ਉਹ ਅਸੀਂ ਕਰ ਵਿਖਾਇਆ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਰਥਾਏ ਭੱਟਾ ਨੇ ਕਿਹਾ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਤਤ ਵਿਚਾਰ ਇਹ ਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ। ਇਹ ਤਤ ਦੀ ਗੱਲ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਜਗਤ ਨੂੰ ਤਾਰਨ ਆਏ ਸਨ। ਧਿਆਨ ਨਾਲ ਸੁਣ ਲਿਓ। ਫਿਰ ਭੱਟਾ ਨੇ ਕਿਹਾ, ਔਰ ਇਹ ਭੱਟ ਸਾਹਿਬਾਨ ਪੰਜਾਬ ਦੇ ਨਹੀਂ ਰਹਿਣ ਵਾਲੇ ਸਨ। ਇਹਨਾਂ ਭੱਟਾ ਨੇ ਕਿਹਾ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਉਹ ਜਹਾਜ਼ ਨੇ ਜਿਹੜੇ ਸਾਰੇ ਜਗਤ ਨੂੰ ਤਾਰਨ ਆਏ ਨੇ। ਸ਼ਬਦ ਦੁਹਰਾ ਦਿੰਨਾ ਫਿਰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਥਾਏ ਭੱਟ ਸਾਹਿਬਾਨ ਕਹਿੰਦੇ ਨੇ, ਤਤ ਵਿਚਾਰ ਇਹ ਹੈ ਮਥੁਰਾ। ਮਥੁਰਾ ਭੱਟ ਜੀ ਦਾ ਨਾਮ ਹੈ। ਕਹਿੰਦੇ ਤਤ ਦੀ ਗੱਲ ਇਹ ਹੈ, ਤਤ ਦੀ ਗੱਲ ਕਹਿੰਦੇ ਸਿਰੇ ਦੀ ਗੱਲ, ਸ੍ਰੇਸ਼ਟ ਗੱਲ, ਸਭ ਤੋਂ ਉੱਤਮ ਗੱਲ ਇਹ ਹੈ, ਤਤ ਵਿਚਾਰ ਇਹ ਹੈ ਮਥੁਰਾ ਜਗ ਤਾਰਨ ਕੋ। ਜਗ ਮਤਲਬ ਪੂਰਾ ਸੰਸਾਰ। ਅਵਤਾਰ ਬਣਾਇਓ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਧਰਤੀ ਤੇ ਅਕਾਲ ਪੁਰਖ ਵਾਹਿਗੁਰੂ ਆਪਣਾ ਰੂਪ ਧਾਰ ਕੇ ਆਏ ਨੇ ਇਸ ਜਗਤ ਦਾ ਉਧਾਰ ਕਰਨ ਵਾਸਤੇ। ਜਪਿਓ ਜਿਨ ਅਰਜਨ ਦੇਵ ਗੁਰੂ, ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਸਮਝ ਲਿਆ, ਫਿਰ ਸੰਕਟ ਜੋਨ ਗਰਭ ਨਹੀਂ ਆਵੇ। ਉਹ ਕਿਸੇ ਵੀ ਸੰਕਟ ਵਿੱਚ ਨਹੀਂ ਪੈਂਦੇ। ਬੇਸ਼ੱਕ ਤਵੀ ਤਪਦੀ ਹੋਵੇ, ਅਸੀਂ ਠੰਡੇ ਰਹਿ ਸਕਦੇ ਹਾਂ। ਬੇਸ਼ੱਕ ਉਬਲਦੀਆਂ ਦੇਗਾਂ ਹੋਣ, ਅਸੀਂ ਸ਼ਾਂਤ ਚਿੱਤ ਰਹਿ ਸਕਦੇ ਹਾਂ। ਲੋੜ ਹੈ ਗੁਰਦੇਵ ਪਾਤਸ਼ਾਹ ਜੀ ਦੇ ਉਸ ਪਾਏ ਹੋਏ ਪਰਉਪਕਾਰਿਆਂ ਨੂੰ ਨੀਸ ਨਾਲ ਸਮਝਣ ਦੀ, ਉਹਨਾਂ ਸਾਰੀਆਂ ਚੀਜ਼ਾਂ ਨੂੰ ਅਮਲ ਵਿੱਚ ਲਿਆਉਣ ਦੀ, ਔਰ ਉਹਨਾਂ ਸਾਰੀਆਂ ਘਟਨਾਵਾਂ ਤੋਂ ਜਾਣੂ ਹੋਣ ਦੀ। ਜਾਤ ਪਾਤ ਦਾ ਕੋੜ ਮੇਰੇ ਬਾਪੂ ਨੇ ਗਲੋਂ ਲਾਇਆ। ਵੇਖੋ ਭਲਾ ਸਾਡੇ ਪਿੰਡਾਂ 'ਚ ਜਾਤ ਪਾਤ ਦਾ ਕੋੜ ਮੁੱਕ ਗਿਆ। ਗਰੀਬੀ ਤੇ ਅਮੀਰੀ ਦਾ ਪਾੜਾ ਘਟਾਇਆ ਮੇਰੇ ਪਾਤਸ਼ਾਹ ਨੇ। ਪੰਗਤ ਪੇਟ ਭਰਨ ਨੂੰ ਨਹੀਂ ਕਹਿੰਦੇ। ਸ਼ਬਦ ਤੁਸੀਂ ਵਰਤਦੇ ਹੋ, ਪਹਿਲੇ ਪੰਗਤ ਪਾਛੇ ਸੰਗਤ। ਪੰਗਤ ਦਾ ਮਤਲਬ ਢਿੱਡ ਭਰਨਾ ਨਹੀਂ ਹੁੰਦਾ। ਪਤਾ ਨਹੀਂ ਕਿਹਨੇ ਇਹ ਵਿਆਖਿਆ ਕਰਤੀ ਹੈ ਵੀ ਪੰਗਤ ਦਾ ਮਤਲਬ ਪ੍ਰਸ਼ਾਦਾ ਛਕਣਾ ਹੁੰਦਾ ਹੈ। ਪੰਗਤ ਦਾ ਮਤਲਬ ਹੁੰਦਾ ਹੈ ਜਦੋਂ ਤੂੰ ਪੰਗਤ ਵਿੱਚ ਬਹਿ ਜਾਂਦਾ ਤੈਨੂੰ ਇਹ ਫਰਕ ਭੁੱਲ ਜਾਂਦਾ ਵੀ ਤੇਰੇ ਲਾਗੇ ਬੈਠਾ ਅਮੀਰ ਹੈ ਕਿ ਗਰੀਬ ਹੈ। ਯੂਨੀਫਾਰਮ ਹੈ ਨਾ ਜਿਹੜੀ, ਯੂਨੀਫਾਰਮ ਸਕੂਲ ਦੇ ਬੱਚਿਆਂ ਦੀ। ਐਜੂਕੇਸ਼ਨ ਵਿੱਚ ਜਦੋਂ ਬੱਚਿਆਂ ਨੂੰ ਸਕੂਲ ਨਾਲ ਜੋੜਨਾ ਸੀ ਨਾ, ਤੇ ਕਿੰਨੀ ਕੁ ਦੂਰ ਅੰਦੇਸ਼ੀ ਨਾਲ ਹਾਲਾਂਕਿ ਇਹ ਗੱਲਾਂ 200 ਸਾਲ ਪੁਰਾਣੀਆਂ ਨੇ, ਕੋਈ ਬਹੁਤੀਆਂ ਨਹੀਂ ਹੈ। ਗੁਰੂ ਅਰਜਨ ਸਾਹਿਬ ਜੀ ਦੀ ਪੁਰਾਣੀ ਗੱਲ ਹੈ ਇਹਦੇ ਤੋਂ ਵੀ। ਜਦੋਂ ਐਜੂਕੇਸ਼ਨ ਦਾ ਮਿਆਰ ਚੁੱਕਣਾ ਸੀ ਨਾ ਕਿਸੇ ਨੇ, ਤਾਂ ਉਹਨਾਂ ਨੂੰ ਲੱਗਿਆ ਵੀ ਸਾਰੇ ਲੋਕ ਕਿਵੇਂ ਬਰਾਬਰ ਹੋ ਸਕਦੇ ਨੇ ਸਕੂਲ ਵਿੱਚ, ਤੇ ਉਹਨੇ ਇਹ ਤਰੀਕਾ ਅਪਣਾਇਆ, ਸਕੂਲ ਪੜ੍ਹਨ ਵਾਲੇ ਹਰ ਬੱਚੇ ਨੂੰ ਇੱਕੋ ਜਿਹੀ ਯੂਨੀਫਾਰਮ ਪਾਉਣੀ ਪਏਗੀ। ਹੁਣ ਤੁਸੀਂ ਵੇਖੋ, ਯੂਨੀਫਾਰਮ ਨੇ ਥੋੜ੍ਹੀ ਪੜ੍ਹਨਾ ਹੁੰਦਾ। ਯੂਨੀਫਾਰਮ ਤੇ ਪੜ੍ਹਾਈ ਨਹੀਂ ਕਰਦੀ। ਫਿਰ ਯੂਨੀਫਾਰਮ ਕਿਉਂ ਹੈ ਜਦੋਂ ਯੂਨੀਫਾਰਮ ਨੇ ਪੜ੍ਹਨਾ ਨਹੀਂ? ਉਹ ਇਸ ਕਰਕੇ ਹੈ, ਜੇ ਯੂਨੀਫਾਰਮ ਨਾ ਹੋਵੇ ਤੇ ਹਰ ਕਲਾਸ ਵਿੱਚ ਰੋਜ਼ ਬੰਦਾ ਆਪਣੇ ਘਰ ਦੀ ਤਾਕਤ ਦਾ ਇਜ਼ਹਾਰ ਕਰੇ ਜਾ ਕੇ। ਜਿਹੜਾ ਅਮੀਰ ਬਾਪ ਦਾ ਪੁੱਤ ਹੋਏਗਾ ਨਾ, ਉਹ ਫਿਰ ਆਮ ਬੰਦਿਆਂ ਵਾਲੀ ਵਰਦੀ ਥੋੜ੍ਹੀ ਪਾ ਕੇ ਜਾਏਗਾ। ਤੇ ਜਿਹੜਾ ਆਮ ਬੱਚਾ ਉਹਦੇ ਨਾਲ ਬੈਠਾ ਹੋਏਗਾ, ਉਹ ਕਹੇਗਾ ਯਾਰ ਇਦਾਂ ਦੀ ਵਰਦੀ ਮੇਰੇ ਤੋਂ ਤੇ ਪੈਣੀ ਨਹੀਂ, ਮੈਂ ਕਿੱਥੇ ਪੜ੍ਹਨਾ ਹੈ, ਉਹਦਾ ਮਿਆਰ ਹੀ ਡਿੱਗ ਪੈਣਾ। ਇਹ ਤਾਂ ਮਤਲਬ ਹੈ ਜਿਹੜੀਆਂ ਚੀਜ਼ਾਂ ਇਕੁਅਲ ਕਰਦੀਆਂ ਨੇ, ਤੁਹਾਨੂੰ ਬਰਾਬਰ ਕਰਦੇ। ਪੰਗਤ ਦਾ ਮਤਲਬ ਇਹ ਹੈ, ਤੁਸੀਂ ਪੰਗਤ ਵਿੱਚ ਬਹਿੰਦੇ ਹੋ, ਤੁਹਾਡੇ ਲਾਗੇ ਗੋਡੇ ਨਾਲ ਗੋਡਾ ਜੋੜ ਕੇ ਕਿਹੜਾ ਬਹਿ ਜਾਂਦਾ, ਤੁਹਾਨੂੰ ਕੋਈ ਫਰਕ ਨਹੀਂ ਪੈਂਦਾ। ਕਦੀ ਪਿਆ ਫਰਕ? ਸਵਾਲ ਹੀ ਪੈਦਾ ਨਹੀਂ ਹੁੰਦਾ। ਇੱਥੋਂ ਤੱਕ ਤੁਹਾਡੇ ਤੋਂ ਵੱਡਾ ਹੋਵੇ, ਤੁਹਾਡੇ ਤੋਂ ਛੋਟਾ ਹੋਵੇ, ਕੋਈ ਵੀਰ ਹੋਵੇ, ਕੋਈ ਭੈਣ ਹੋਵੇ, ਤੁਹਾਨੂੰ ਕਦੀ ਇਹ ਇਲਮ ਨਹੀਂ ਹੋਇਆ ਵੀ ਲਾਗੇ ਕੌਣ ਬੈਠਾ ਹੈ। ਤੇ ਤੁਸੀਂ ਕਦੀ ਲਾਗੇ ਬਹਿਣ ਵਾਲੇ ਨੂੰ ਇਹ ਨਹੀਂ ਕਿਹਾ 2 ਫੁੱਟ ਪਰੇ ਹੋ ਕੇ ਬਹਿ। ਅੱਜ ਤੱਕ ਕਿਸੇ ਲੰਗਰ 'ਚ ਹੋਇਆ ਕਦੀ ਵੀ ਬੰਦਾ ਲਾਗੇ ਬਹਿ ਗਿਆ ਹੋਵੇ ਤੇ ਉਹਨੇ ਕਿਹਾ ਹੋਵੇ ਇੱਥੇ ਕੋਈ ਬੈਠਾ, ਥੋੜਾ ਪਰੇ ਹੋ ਕੇ ਬਹਿ? ਪਰ ਤੁਸੀਂ ਬੰਦੇ ਘਰ ਜਾ ਕੇ ਵੇਖੋ, ਇੱਕ ਦੂਜੇ ਦੇ ਲਾਗੇ ਬਹਿਣ ਲਈ ਰਾਜ਼ੀ ਨਹੀਂ ਹਨ। ਤਾਂ ਮਤਲਬ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਵੀ ਬੜੀ ਮਹਾਨਤਾ ਰੱਖਦੀਆਂ ਨੇ।
ਇਸੇ ਵਾਸਤੇ ਇੱਥੇ ਜਿਹੜਾ ਸ਼ੂਦਰ ਪੈਰਾਂ ਦੀ ਜੁੱਤੀ ਸਮਝਿਆ ਜਾਂਦਾ ਸੀ, ਮੇਰੇ ਬਾਬੇ ਨੇ ਬਰਾਬਰ ਬਿਠਾ ਕੇ ਜਿੱਦਣ ਪ੍ਰਸ਼ਾਦਾ ਛਕਾਇਆ ਹੋਣਾ ਅੱਧੀ ਤੇ ਜਾਨ ਉਦਣ ਸਿਸਟਮ ਦੀ ਨਿਕਲ ਗਈ ਹੋਣੀ ਹੈ ਵੀ ਇਹ ਬਣ ਕੀ ਗਿਆ, ਇਹ ਕਿੱਧਰ ਨੂੰ ਜਾਏਗਾ, ਆਉਣ ਵਾਲਾ ਸਮਾਂ ਦੇ ਹਾਲਾਤ ਕਿੱਧਰ ਨੂੰ ਜਾਣਗੇ। ਤੇ ਸਾਰੇ ਜਗਤ ਵਿੱਚ ਅੱਜ ਪੂਰੀ ਦੁਨੀਆ ਇਸ ਬਿਮਾਰੀ ਤੋਂ ਪੀੜਤ ਹੈ। ਵਿਦੇਸ਼ੀ ਵਸਦੇ ਭਰਾਵਾਂ ਨੂੰ ਪੁੱਛ ਕੇ ਵੇਖਿਓ, ਸਾਨੂੰ ਕਈਆਂ ਨੂੰ ਇਹ ਲੱਗਦਾ ਹੈ ਵੀ ਫੋਰਨ ਕੰਟਰੀਆਂ ਦਾ ਮਾਹੌਲ ਬਹੁਤ ਵਧੀਆ ਹੈ। ਕਈ ਬੰਦੇ ਨਾ ਆ ਜਿਹੜੀ ਘਟਨਾ ਵਾਪਰੀ ਸੋਸ਼ਲ ਮੀਡੀਆ ਤੇ, ਰਹਿਣ ਜੋਗਾ ਪੰਜਾਬ ਨਹੀਂ ਰਹਿ ਗਿਆ। 19 ਬੱਚੇ ਅਮਰੀਕਾ ਦੀ ਧਰਤੀ ਤੇ ਇੱਕ ਹਫ਼ਤਾ ਪਹਿਲਾਂ ਇੱਕ ਸਕੂਲ 'ਚ ਵੜ ਕੇ ਕਿਸੇ ਸਿਰ ਫਿਰੇ ਨੇ ਮਾਰਤੇ। ਉਹ ਤੇ ਅਮਰੀਕਾ ਆ, ਉਹ ਰਹਿਣ ਵਾਲਾ ਆ। ਫਿਰ ਕੈਨੇਡਾ ਦੇ ਓਨਟਾਰੀਓ ਸ਼ਹਿਰ ਵਿੱਚ ਮਾਲ ਵਿੱਚ ਗੱਡੀ ਲਿਆ ਕੇ ਪਿਛਲੇ ਦਿਨੀ 5-7 ਬੰਦੇ ਮਾਰੇ ਸੀ ਮੁੰਡਿਆਂ ਨੇ। ਉਹ ਤੇ ਕੈਨੇਡਾ ਆ। ਗੱਲ ਥਾਵਾਂ ਤੇ ਘਟਨਾਵਾਂ ਦੀ ਹੈ ਹੀ ਨਹੀਂ, ਗੱਲ ਤੇ ਤੁਹਾਡਾ ਲੈਵਲ ਕੀ ਹੈ, ਤੁਸੀਂ ਮਾਨਸਿਕਤਾ ਕਿਸ ਵਿੱਚ ਜੀਨੇ ਹੋ। ਜਿਹੜੇ ਸਬਜ਼ ਬਾਗ ਸਾਨੂੰ ਵਿਖਾਏ ਜਾ ਰਹੇ ਨੇ ਗਾਣਿਆਂ ਦੇ ਰਾਹੀਂ ਸੁਣ ਕੇ, ਜਿਹੜੀ ਤਸਵੀਰ ਨੌਜਵਾਨ ਆਪਣੇ ਦਿਮਾਗ ਵਿੱਚ ਫਿੱਟ ਕਰ ਬੈਠਾ ਹੈ ਵੀ ਟੌਰ ਉਸ ਬੰਦੇ ਦਾ ਹੁੰਦਾ ਹੈ ਜਿਹਦੇ ਡੱਬ ਵਿੱਚ ਰਿਵਾਲਵਰ ਹੋਵੇ, ਟੌਰ ਉਸ ਬੰਦੇ ਦਾ ਹੁੰਦਾ ਹੈ ਜਿਹਦੇ ਪਿੱਛੇ 4-5 ਬੰਦੇ ਹਲਾ ਹਲਾ ਕਰਦੇ ਫਿਰਦੇ ਹੋਣ। ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ, ਟੌਰ ਉਸ ਬੰਦੇ ਦਾ ਹੁੰਦਾ ਹੈ ਜਿਹੜਾ ਗਲੀ ਵਿੱਚ ਨਿਕਲੇ ਤੇ 5-7 ਬੰਦਿਆਂ ਦੇ ਮੂੰਹੋਂ ਨਿਕਲੇ ਸੱਚੀ ਮੁੱਚੀ ਰੱਬ ਦਾ ਕੋਈ ਖਾਸ ਬੰਦਾ ਸਾਡੇ ਪਿੰਡ ਵਿੱਚ ਰਹਿੰਦਾ, ਇਹਨੂੰ ਟੌਰ ਕਹਿੰਦੇ ਨੇ। ਪਤਾ ਨਹੀਂ ਕਿਸ ਟੌਰ ਵਿੱਚ ਦੁਨੀਆ ਸਾਡੀ ਪੈ ਗਈ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਤਾਂ ਹੀ ਸਮਝਿਆ ਜਾ ਸਕਦਾ ਹੈ ਜੇ ਗੁਰਦੁਆਰੇ ਆਣ ਕੇ ਬਾਣੀ ਨੂੰ ਸਮਝਣ ਵਾਲੇ ਬੰਨੇ ਤੁਰੋਗੇ। ਤੇ ਜੇ ਗੁਰੂ ਗ੍ਰੰਥ ਸਾਹਿਬ ਸਿਰਫ ਵਿਆਹਾਂ ਸ਼ਾਦੀਆਂ ਤੇ ਭੋਗ ਪਾਉਣ ਲਈ ਤੇ ਪਾਠ ਰੱਖਣ ਲਈ ਰੱਖਿਆ ਤੁਸੀਂ, ਤੇ ਫਿਰ ਸਿਵਾਏ ਸਾਧਨ ਦੇ, ਮਾਫ ਕਰਿਓ ਮੈਨੂੰ ਬੋਲ ਕਿਸੇ ਨੂੰ ਕੌੜੇ ਲੱਗ ਸਕਦੇ ਨੇ, ਸਿਵਾਏ ਸਾਧਨ ਦੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੁਛ ਵੀ ਨਹੀਂ ਸਮਝਦੇ। ਜਿੱਦਣ ਕਿਤੇ ਸਾਨੂੰ ਸਮਝ ਲੱਗੇਗੀ ਉਦਣ ਸਮਝ ਲੱਗੇਗੀ। ਅਜੇ ਤੱਕ ਤੇ ਅਸੀਂ ਇਹੀ ਸਮਝਿਆ ਵੀ ਇਹ ਆਰੰਭ ਹੁੰਦਾ ਹੈ, ਇਹਦਾ ਮੱਧ ਲੱਗਦਾ ਹੈ, ਇਹਦਾ ਭੋਗ ਪੈਂਦਾ ਹੈ। ਇਹ ਕੁਝ ਦੱਸਦਾ ਵੀ ਹੈ, ਇਹ ਕੁਝ ਸਮਝਾਉਂਦਾ ਵੀ ਹੈ, ਇਹ ਸਾਡੇ ਦਿਮਾਗ ਵੀ ਬਦਲਦਾ ਹੈ, ਇਹ ਸਾਡੀ ਸੁਰਤ ਵੀ ਖੋਲਦਾ ਹੈ। ਇਸ ਬੰਨੇ ਤੇ ਅਜੇ ਅਸੀਂ ਮੋੜਾ ਨਹੀਂ ਪਾਇਆ। ਜਿੱਦਣ ਇਸ ਬੰਨੇ ਮੋੜਾ ਪਾ ਲਾਂਗੇ ਉਦਣ ਇਹ ਪੰਜਾਬ ਤੁਹਾਡਾ ਨਹੀਂ, ਇਹ ਪੰਜਾਬ ਗੁਰਾਂ ਦਾ ਹੋਏਗਾ। ਉਦਣ ਇਹ ਪਿੰਡ ਤੁਹਾਡੇ ਨਹੀਂ। ਤੁਸੀਂ ਕਹਿੰਦੇ ਹੋ ਸਾਡਾ ਪਿੰਡ, ਤੇ ਮੰਨਦੇ ਤੁਸੀਂ ਇਹਨੂੰ ਸਾਡਾ ਪਿੰਡ ਵੀ ਨਹੀਂ। ਵੈਸੇ ਤੁਹਾਨੂੰ ਜਦੋਂ ਕੋਈ ਬਾਹਰ ਪੁੱਛਦਾ ਨਾ ਵੀ ਜੌੜਾ ਪਿੰਡ, ਤੁਸੀਂ ਕਹਿੰਦੇ ਹੋ ਸਾਡਾ, ਸਾਡੇ ਦਾ ਮਤਲਬ ਆਪਣਾ। ਤੇ ਕਿੰਨੇ ਬੰਦੇ ਇਸ ਪਿੰਡ ਨੂੰ ਸਵਾਰਨ ਵਾਸਤੇ ਲੱਕ ਬੰਨ੍ਹਦੇ ਹੋ ਵੀ ਜੇ ਸਾਡਾ ਹੈ ਤੇ ਇੰਨਾ ਖੂਬਸੂਰਤ ਬਣਾਈਏ ਵੀ ਲੋਕ ਇਹਨੂੰ ਵੇਖਣ ਆਇਆ ਕਰਨ। ਤੁਸੀਂ ਘਰ ਸਵਾਰਦੇ ਆ ਨਾ ਆਪਣਾ, ਮਾੜੀ ਜੀ ਗੰਦਗੀ ਵੀ ਘਰ ਹੋਵੇ ਤੁਹਾਨੂੰ ਤਕਲੀਫ ਨਹੀਂ ਹੁੰਦੀ ਵੀ ਸਾਡੇ ਘਰ ਇਹ ਗੰਦਗੀ ਕਿਵੇਂ ਆ ਗਈ। ਮਾੜਾ ਜਿਹਾ ਘਰ ਵਿੱਚ ਕਲਰ ਆ ਜਾਏ, ਮਾੜੀ ਜੀ ਘਰ ਦੀ ਥੋੜੀ ਜੀ ਏਦਾਂ ਕੋਈ ਚੀਜ਼, ਨਿੱਕਾ ਜਿਹਾ ਜਵਾਕ ਪੈਨਸਲ ਨਾਲ ਲੀਕ ਖਿੱਚਦੇ, ਤੁਸੀਂ ਉਸ ਜਵਾਕ ਦੇ ਕੰਨ ਪੁੱਟ ਦਿੰਦੇ ਹੋ, ਉਹਦੀ ਰੋਟੀ ਖਾਣੀ ਹਰਾਮ ਕਰ ਦਿੰਦੇ ਹੋ ਵੀ ਤੂੰ ਕੰਧ ਤੇ ਲੀਕ ਕਿਵੇਂ ਮਾਰਤੀ। ਤੇ ਪਿੰਡਾਂ 'ਚ ਲੀਕਾਂ ਮਾਰਤੀਆਂ ਜਿਹੜੀਆਂ, ਇਹਨਾਂ ਬਾਰੇ ਕਿਉਂ ਨਹੀਂ ਸੋਚਿਆ। ਜਿਹੜੀਆਂ ਦਿਲਾਂ 'ਚ ਲੀਕਾਂ ਪਾਤੀਆਂ ਅਗਲਿਆਂ ਨੇ, ਇਹਦੇ ਬਾਰੇ ਕਿਉਂ ਨਹੀਂ ਸੋਚਿਆ। ਇੱਕ ਮੋੜ ਤੇ ਖਲੋਤਾ ਬੰਦਾ ਉਸੇ ਪਿੰਡ ਦਾ, ਦੂਜੇ ਮੋੜ ਤੇ ਖਲੋਤਾ ਬੰਦਾ ਉਸੇ ਪਿੰਡ ਦਾ, ਇੱਕ ਦੂਜੇ ਪ੍ਰਤੀ ਜ਼ਹਿਰ ਭਰ ਰਿਹਾ, ਇਹ ਕਿਉਂ ਨਹੀਂ ਸੋਚਿਆ। ਇਹ ਲੀਕਾਂ ਕਿੱਦਣ ਮਿਟਣਗੀਆਂ। ਇਹ ਲੀਕਾਂ ਮਿਟਾਉਣੀਆਂ ਜ਼ਰੂਰੀ ਨੇ। ਅਸੀਂ ਕਿਸੇ ਹੋਰ ਵਿਚਾਰਧਾਰਾ ਦੇ ਬੰਦੇ ਆ, ਪਰ ਨਹੀਂ ਅਗਲਿਆਂ ਨੇ ਇਸ ਬੰਨੇ ਜਾਣ ਦੇਣਾ। ਇਹ ਲੀਕਾਂ ਮਿਟਾਉਣ ਲਈ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਬਾਣੀ 'ਚ ਕਿਹਾ ਸੀ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਤੇ ਅਗਲਿਆਂ ਕਿਹਾ ਸੀ ਨਹੀਂ ਸਾਡਾ ਸਾਡਾ ਰਹਿਣ ਦੇ, ਤੇਰਾ ਤੇਰਾ ਰਹਿਣ ਦਿੰਨੇ ਆ, ਉਹਨਾਂ ਦਾ ਉਹਨਾਂ ਦਾ ਰਹਿਣ ਦੇ। ਮੇਰੇ ਬਾਬੇ ਨੇ ਕਿਹਾ ਨਾ, ਅਸੀਂ ਇੱਕ ਦੇ ਆ, ਇਹ ਸਾਰਾ ਜਗਤ ਇੱਕ ਦਾ। ਕਹਿੰਦੇ ਜੇ ਇੱਕ ਦਾ ਬਣਾਉਣਾ ਫਿਰ ਤਵੀ ਤੇ ਬਹਿਣਾ ਪੈਣਾ। ਮੇਰੇ ਬਾਪੂ ਨੇ ਕਿਹਾ ਤਵੀ ਤੇ ਬਿਠਾ ਲਓ, ਪਰ ਇਹ ਫਿਰ ਵੀ ਇੱਕ ਦਾ ਹੋ ਜਾਣਾ, ਕਿਉਂਕਿ ਜਿਹੜੀ ਗੱਲ ਬਾਬੇ ਨਾਨਕ ਨੇ ਸ਼ੁਰੂ ਕਰ ਲਈ ਹੈ ਇਹਨੂੰ ਮੋੜਾ ਹੁਣ ਪੈਣਾ ਨਹੀਂ। ਔਰ ਇਹ ਲੰਮਾ ਸਫ਼ਰ ਸਾਡੇ ਗੁਰੂ ਸਾਹਿਬਾਨਾਂ ਨੇ ਤੈਅ ਕੀਤਾ। ਤੇ ਮੈਂ ਕਈ ਵਾਰ ਕਹਿਣਾ ਹੁੰਦਾ ਸਮਾਂ ਆਗਿਆ ਨਹੀਂ ਦਿੰਦਾ। ਗੁਰੂ ਅਰਜਨ ਸਾਹਿਬ ਪਾਤਸ਼ਾਹ, ਗੁਰੂ ਨਾਨਕ ਸਾਹਿਬ ਪਾਤਸ਼ਾਹ ਤੇ 10 ਪਾਤਸ਼ਾਹੀਆਂ ਨੇ ਆਪਣੀ ਜ਼ਿੰਦਗੀ 'ਚ ਕਮਾਈ ਕੀਤੀ ਹੈ ਕੋਈ? ਤੁਸੀਂ ਮੰਨਦੇ ਹੋ ਵੀ ਉਹਨਾਂ ਕੋਈ ਕਮਾਈ ਕੀਤੀ ਹੈ? ਕੀਤੀ ਹੈ। ਤੇ ਜਿਹੜੀ ਉਹਨਾਂ ਕਮਾਈ ਕੀਤੀ ਹੈ ਨਾ, ਉਹ ਜਾਣ ਲੱਗੇ ਤੁਹਾਨੂੰ ਦੇ ਗਏ ਨੇ। ਤੇ ਉਹ ਪਤਾ ਕੀ ਕਮਾਇਆ ਗੁਰੂ ਸਾਹਿਬ ਨੇ 239 ਸਾਲ ਦੇ ਸਮੇਂ ਵਿੱਚ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੇ ਜਿਹੜੇ ਪਿਤਾ ਜਾਇਦਾਦ ਦੇ ਜੇ ਸਾਨੂੰ, ਤੁਸੀਂ ਦੱਸਦੇ ਨਹੀਂ ਆ ਵੀ ਇਹ ਸਾਡੀ ਜੱਦੀ ਪੁਸ਼ਟੀ ਜਾਇਦਾਦ ਹੈ, ਸਾਡੇ ਵਿਰਾਸਤ ਵਿੱਚੋਂ ਮਿਲੀ ਹੈ ਸਾਨੂੰ। ਤੇ ਆਹ ਜਾਇਦਾਦ ਕਿੱਦਣ ਦੱਸਣੀ ਹੈ ਜਿਹੜੀ ਗੁਰੂ ਸਾਹਿਬ ਜੀ ਤੱਤੀਆਂ ਤਵੀਆਂ ਤੇ ਬਹਿ ਕੇ ਦੇ ਕੇ ਗਏ ਨੇ ਸਾਨੂੰ। ਆਓ ਇਸ ਸੰਸਾਰ ਨੂੰ ਇਸ ਜਾਇਦਾਦ ਨਾਲ ਵੀ ਜੋੜੀਏ ਤਾਂ ਕਿ ਸਾਡਾ ਸੰਸਾਰ ਅਮੀਰੀ ਦਾ ਲੜ ਫੜ ਸਕੇ। ਸਭਨਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਮੇਰੀਆਂ ਸਮਝ ਕੇ ਮਾਫ ਕਰ ਦੇਣੀਆਂ।
ਸ਼ਬਦ ਗੁਰਦੇਵ ਪਿਤਾ ਜੀ ਦੇ ਸਮਝ ਕੇ ਹਿਰਦੇ 'ਚ ਵਸਾ ਲੈਣੇ। ਸਭਨਾਂ ਦਾ ਧੰਨਵਾਦ, ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ, ਪ੍ਰਬੰਧਕ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਭੁੱਲਾਂ ਚੁੱਕਾਂ ਲਿਖੀਆਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।